सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सारे बहुत ही वधिया होने आ। अज दी क्लास विच आपां अंग्रेजी दा जिहड़ा एक कॉम्प्रीहेंशन हुंदा है ਉਹਨੂੰ डिस्कस करन जा रहे हां। ਇਹ क्लास ਤੁਹਾਡੇ पीएस ਟੈਟ ਐਂਡ ईटीटी एग्जाम ਲਈ ਕਾਫੀ ਇੰਪੋਰਟੈਂਟ ਹੈ। पीएस ਟੈਟ ਵਿੱਚ ਵੀ ਕਾਫੀ ਸਾਰੇ ਸਟੂਡੈਂਟ ਮੈਨੂੰ ਇਹ ਪੁੱਛਦੇ ਹੁੰਦੇ ਆ ਕਿ ਸਰ ਪੇਪਰ 1 ਲਈ क्लास इंपॉर्टेंट है या फिर पेपर 2 ਲਈ। सो ਇਹ क्लास ਤੁਹਾਡੇ ਦੋਨਾਂ ਹੀ एग्जाम्स ਲਈ पेपर 1 ਐਂਡ पेपर 2 ਦੋਨਾਂ ਲਈ ਹੀ क्लास इंपॉर्टेंट है। एंड ਜਿਹੜਾ ਡਰ ਤੁਹਾਨੂੰ ਅੰਗਰੇਜ਼ੀ ਤੋਂ ਲੱਗਦਾ ਹੈ, ਜਿਹੜਾ ਤੁਸੀਂ ਹਵਾ ਬਣਾਇਆ ਹੋਇਆ ਕਿ ਅੰਗਰੇਜ਼ੀ ਦਾ ਵਿਸ਼ਾ ਬੜਾ ਹੀ ਔਖਾ ਵਿਸ਼ਾ ਹੈ, ਤੁਹਾਡੇ ਤੋਂ ਪੈਰਾਗ੍ਰਾਫ ਸੋਲਵ ਨਹੀਂ ਹੁੰਦੇ ਨੇ, ਆਪਾਂ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮਸ ਨੂੰ ਇਸ ਵੀਡੀਓ ਦੇ ਥਰੂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਐਂਡ ਆਪਣੇ ਉਹ ਸਾਥੀ ਬਿਲਕੁਲ ਵੀ ਨਾ ਘਬਰਾਉਣ ਜਿਨ੍ਹਾਂ ਦੀ ਅੰਗਰੇਜ਼ੀ ਬਹੁਤ ਜ਼ਿਆਦਾ ਵੀਕ ਹੈ, ਕਿਉਂਕਿ ਹੋ ਸਕਦਾ ਇਸ ਪਹਿਲੀ ਵੀਡੀਓ ਵਿੱਚ ਤੁਹਾਨੂੰ ਅੰਗਰੇਜ਼ੀ ਨਾ ਸਮਝ ਲੱਗੇ, ਤੁਹਾਡੇ ਤੋਂ ਕੁਐਸਚਨਸ ਵੀ ਨਾ ਹੋਣ। ਮੇ ਵੀ ਜਦੋਂ ਮੈਂ ਪੈਰਾਗ੍ਰਾਫ ਜਾਂ ਫਿਰ ਕੰਪਰੀਹੈਂਸ਼ਨ ਪੜ੍ਹ ਰਿਹਾ ਹੋਵਾਂ ਤੇ ਤੁਹਾਨੂੰ ਉਦੋਂ ਵੀ ਜਿਹੜੀ ਸਮਝ ਹੈਗੀ ਆ ਉਹ ਘੱਟ ਲੱਗੇ। ਬਟ ਆਪਾਂ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ रोज़ प्रैक्टिस करिया करांगे इस तरह के कॉम्प्रीहेंशनस नूं। सो तुहाडे एग्जाम की जिहड़ी तैयारी हैगी आ वो बहुत ही वधिया तरीके नाल हो जानी आ। तुसी सिर्फ एक काम करना है, तुसी अपने इस चैनल दीयां जिहड़ियां हुण तो वीडियोज़ आउणगियां उन्हां नूं तुसी प्रॉपर एंड रैगूलर वे नाल वेखना है। एंड तुसी चैनल नूं सबसक्राइब जरूर कर लिओ, क्योंकि मन लो कल नूं मैं कोई इहो जी होर इंटरस्टिंग वीडियोज़ बनाउणा ते तुहानूं ओहदी जिहड़ी नोटिफिकेशन हैगी आ ਉਹ ਨਹੀਂ ਸ਼ੋ ਹੋਊਗੀ। ਸੋ ਜਦੋਂ ਤੁਸੀਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰ ਲਿਆ, ਬੈਲ ਆਈਕਨ ਤੇ ਪ੍ਰੈਸ ਕਰ ਲਿਆ, ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਿਆ ਕਰੂੰਗਾ ਤੁਹਾਨੂੰ ਨਾਲ ਦੀ ਨਾਲ ਜਿਹੜੀ ਨੋਟੀਫਿਕੇਸ਼ਨ ਹੈ ਉਹ ਮਿਲ ਜਾਇਆ ਕਰਨੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਐਂਡ ਸਬਸਕ੍ਰਾਈਬ ਬਟਨ ਤੇ ਵੀ ਕਲਿੱਕ ਕਰ ਦਿਓ। ਸੋ ਸਭ ਤੋਂ ਪਹਿਲਾਂ ਆਪਾਂ ਕੰਪਰੀਹੈਂਸ਼ਨ ਨੂੰ ਵੇਖ ਲੈਣੇ ਆ ਕਿ ਕੰਪਰੀਹੈਂਸ਼ਨ ਜਿਹੜਾ ਹੈਗਾ ਜੀ ਉਹ ਤੁਹਾਡੀ ਸਕਰੀਨ ਤੇ ਵਿਖ ਰਿਹਾ ਹੋਊਗਾ। ਵੈਸੇ ਤਾਂ ਇਹਦੇ ਦੋ ਪੇਜ ਹੈਗੇ ਆ, ਜਿਵੇਂ ਕਿ ਇਹ ਪਹਿਲਾ ਪੇਜ ਹੈ ਤੇ ਦੂਸਰਾ ਵਾਲਾ ਪੇਜ ਇਹ ਤੁਸੀਂ ਵੇਖ ਸਕਦੇ ਹੋ। ਇੱਕ ਵਾਰ ਤੁਸੀਂ ਚਾਹੋ ਤਾਂ ਇਸ ਵੀਡੀਓ ਨੂੰ ਰੁਕ ਕੇ ਇਸ ਪੈਰਾਗ੍ਰਾਫ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਜਿਵੇਂ ਕਿ ਇਹ ਜਿਹੜਾ ਪੈਰਾਗ੍ਰਾਫ ਤੁਸੀਂ ਵੇਖ ਰਹੇ ਹੋ ਇਹ ਪਹਿਲਾ ਪੇਜ ਹੈ ਤੇ ਦੂਸਰੇ ਵਾਲਾ ਇਹ ਦੂਜਾ ਪੇਜ ਹੈ। ਸੋ ਮੈਂ ਤੁਹਾਨੂੰ 4-5 ਸੈਕਿੰਡ ਦੇ ਰਿਹਾ, ਤੁਸੀਂ ਇੰਨੇ ਚਿਰ ਨੂੰ ਇਹਦਾ ਸਕਰੀਨਸ਼ਾਟ ਲੈ ਲਓ ਜਾਂ ਫਿਰ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਸ ਸਾਰੇ ਪੈਰਾਗ੍ਰਾਫ ਨੂੰ ਪੜ੍ਹ ਸਕਦੇ ਹੋ। ਹਾਲਾਂਕਿ ਜਿਹੜਾ ਆਪਣਾ ਮੈਥਡ ਹੋਊਗਾ ਪੈਰਾਗ੍ਰਾਫ ਨੂੰ ਸੋਲਵ ਕਰਨ ਦਾ ਉਹ ਕੁਝ ਇਸ ਤਰ੍ਹਾਂ ਹੋਣਾ ਹੈ ਕਿ ਪਹਿਲਾਂ ਆਪਾਂ क्वेश्चन ਨੂੰ ਵੇਖਾਵਾਂਗੇ, क्वेश्चन ਨੂੰ ਵੇਖਣ ਤੋਂ ਬਾਅਦ ਆਪਾਂ ਪੈਰਾਗ੍ਰਾਫ ਦੇ ਵਿੱਚ ਜਿਹੜੇ ਫੈਮੀਲੀਅਰ ਵਰਡਸ ਹੋਣਗੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਐਂਡ ਜਿਹੜੇ ਆਪਣੇ ਪ੍ਰਸ਼ਨ ਹੋਣਗੇ ਮੈਂ ਤੁਹਾਨੂੰ ਕੱਲਾ ਕੱਲਾ ਜਿਹੜਾ ਪ੍ਰਸ਼ਨ ਹੈਗਾ ਜੀ ਬੜੇ ਹੀ ਸੌਖੇ ਤਰੀਕੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਵਾਉਂਗਾ। ਐਂਡ ਆਪਣਾ ਜਿਹੜਾ ਪੈਰਾਗ੍ਰਾਫ ਹੈਗਾ ਜੀ, ਜਿਹੜਾ ਆਪਣਾ ਕੰਪਰੀਹੈਂਸ਼ਨ ਹੈ, ਇਹਦੇ ਵਿੱਚੋਂ ਆਪਾਂ ਕੱਲੇ ਕੱਲੇ ਵਰਡ ਲਾਈਨ ਟੂ ਲਾਈਨ ਆਪਾਂ ਇਸ ਪੈਰਾਗ੍ਰਾਫ ਨੂੰ, ਇਸ ਕੰਪਰੀਹੈਂਸ਼ਨ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ। ਸੋ ਇੱਕ ਵਾਰ ਤੁਸੀਂ ਇਸ ਪਹਿਲੇ ਪੇਜ ਦਾ ਸਕਰੀਨਸ਼ਾਟ ਲੈ ਲਿਆ ਹੋਊਗਾ, ਦੂਸਰੇ ਪੇਜ ਦਾ ਵੀ ਸਕਰੀਨਸ਼ਾਟ ਲੈ ਲਓ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਉਸ ਤੋਂ ਬਾਅਦ ਜਿਹੜੇ 9 ਪ੍ਰਸ਼ਨ ਨੇ, ਕਿਉਂਕਿ ਆਪਣੇ ਇਸ ਸੈਸ਼ਨ ਦੇ ਵਿੱਚ ਇਸ ਕੰਪਰੀਹੈਂਸ਼ਨ ਤੋਂ 9 ਪ੍ਰਸ਼ਨ ਬਣਾਏ ਹੋਏ ਨੇ। ਐਂਡ ਇਹ ਜਿਹੜੇ 9 ਪ੍ਰਸ਼ਨ ਹੋਣਗੇ ਪਹਿਲਾਂ ਤੁਸੀਂ ਉਹਨਾਂ ਨੂੰ ਵੇਖ ਲੈਣਾ ਹੈ। ਇੱਕ ਵਾਰ ਮੈਂ ਪੜ੍ਹ ਕੇ ਵੀ ਦੱਸੂਗਾ ਕਿ ਕੁਐਸਚਨ ਦੀ ਡਿਮਾਂਡ ਕੀ ਹੈਗੀ ਆ ਤੇ ਕੁਐਸਚਨ ਵਿੱਚ ਪੁੱਛਿਆ ਕੀ ਜਾ ਰਿਹਾ ਹੈ। ਬੜੇ ਹੀ ਆਰਾਮ ਨਾਲ ਹੌਲੀ ਹੌਲੀ ਆਪਾਂ ਸਾਰੀਆਂ ਹੀ ਚੀਜ਼ਾਂ ਨੂੰ ਸਮਝਦੇ ਹੋਏ ਚੱਲਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਵੇਖਣਾ ਹੈ, ਫਿਰ ਹੀ ਤੁਹਾਡੀ ਅੰਡਰਸਟੈਂਡਿੰਗ ਡਿਵੈਲਪ ਹੋਏਗੀ। ਸੋ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ, ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਹੌਲੀ ਹੌਲੀ ਗੱਲ ਕਰਾਂ ਤੇ ਹੌਲੀ ਹੌਲੀ ਆਪਾਂ ਇਹਨਾਂ ਪ੍ਰਸ਼ਨਾਂ ਨੂੰ ਰੀਡ ਕਰਾਂਗੇ। ਪਹਿਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਜਾ ਰਿਹਾ ਹੈ, ਹਾਊ ਡਿਡ ਪੇਰੈਂਟਸ ਇਨ ਰੂਰਲ ਏਰੀਆਜ਼ respond to the loss of studies suffered by their children during in the pandemic। ਪੈਂਡੈਮਿਕ ਦਾ ਟਾਈਮ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ। ਇੱਥੇ ਕੋਰੋਨਾ ਪੈਂਡੈਮਿਕ ਦੀ ਗੱਲ ਕੀਤੀ ਜਾ ਰਹੀ ਹੈ। ਹਾਊ ਡਿਡ ਪੇਰੈਂਟਸ, ਜਿਹੜੇ ਮਾਪਿਓ ਨੇ ਕਿਹੜੇ ਮਾਪਿਓ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੇ ਰੂਰਲ ਏਰੀਆ ਦੇ ਵਿੱਚ ਰਹਿੰਦੇ ਨੇ, ਪੇਂਡੂ ਖੇਤਰ ਵਿੱਚ ਰਹਿੰਦੇ ਨੇ। ਰੂਰਲ ਆਪਾਂ ਪੇਂਡੂ ਖੇਤਰ ਨੂੰ ਕਹਿੰਦੇ ਆ, ਰੂਰਲ ਏਰੀਆ ਭਾਵ ਪੇਂਡੂ ਖੇਤਰ ਦੀ ਗੱਲ ਕੀਤੀ ਜਾ ਰਹੀ ਹੈ। ਰਿਸਪੌਂਡ, ਉਹਨਾਂ ਦੀ ਕੀ ਪ੍ਰਤੀਕਿਰਿਆ ਸੀਗੀ, ਕਿਹੜੀ ਚੀਜ਼ ਨੂੰ ਲੈ ਕੇ ਗੱਲ ਕਰ ਰਿਹਾ ਇਹ, ਲਾਸ ਆਫ ਸਟੱਡੀਜ਼, ਕਿ ਜਿਹੜੀ ਪੜ੍ਹਾਈ ਦਾ ਨੁਕਸਾਨ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਲਾਸ ਆਫ ਸਟੱਡੀਜ਼ ਸਫਰਡ ਬਾਏ ਦੇਅਰ ਚਿਲਡਰਨ ਡਿਊਰਿੰਗ ਇਨ ਦ ਪੈਂਡੈਮਿਕ, ਕਿ ਜਿਹੜੇ ਉਹਨਾਂ ਦੇ ਬੱਚੇ ਨੇ, ਜਿਹੜੇ ਪੇਂਡੂ ਖੇਤਰਾਂ ਵਿੱਚ ਜਿਹੜੇ ਲੋਕ ਰਹਿੰਦੇ ਨੇ, ਉਹਨਾਂ ਦੀ ਸਟੱਡੀ ਦਾ ਜਿਹੜਾ ਲਾਸ ਹੋਇਆ ਇਸ ਕੋਰੋਨਾ ਪੈਂਡੈਮਿਕ ਦੇ ਵਿੱਚ, ਉਹਨਾਂ ਦੇ ਮਾਪਿਓ ਦਾ ਕੀ ਰਿਐਕਸ਼ਨ ਸੀਗਾ। ਆਪਸ਼ਨਾਂ ਨੂੰ ਵੇਖ ਲੈਂਦੇ ਆ। ਹਾਲਾਂਕਿ ਇਸ ਵੀਡੀਓ ਨੂੰ ਸੋਲਵ ਕਰਨ ਦੇ ਵਿੱਚ, ਇਸ ਪੈਰਾਗ੍ਰਾਫ ਨੂੰ, ਇਸ ਕੰਪਰੀਹੈਂਸ਼ਨ ਨੂੰ ਸੋਲਵ ਕਰਨ ਦੇ ਵਿੱਚ, ਇਸ ਵੀਡੀਓ ਵਿੱਚ ਹੋ ਸਕਦਾ ਤੁਹਾਨੂੰ ਸਮਾਂ ਲੱਗੇ,
ਬਟ ਹੌਲੀ ਹੌਲੀ ਤੁਸੀਂ ਇਹਨਾਂ ਚੀਜ਼ਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਸੋਲਵ ਕਰਨਾ ਸ਼ੁਰੂ ਕਰ ਦੋਗੇ ਕਿ ਤੁਸੀਂ ਬੜੀ ਹੀ ਛੇਤੀ ਪੈਰਾਗ੍ਰਾਫ ਨੂੰ ਸੋਲਵ ਕਰ ਦਿਆ ਕਰਨਾ। ਸੋ ਇੱਕ ਵਾਰ ਆਪਾਂ ਫਿਰ ਤੋਂ ਕੁਐਸਚਨ ਨੂੰ ਪੜ੍ਹ ਲਿਆ ਹੈ ਕਿ ਜਿਹੜੇ ਪੇਰੈਂਟਸ ਨੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਨੇ ਉਹਨਾਂ ਨੇ ਕੋਰੋਨਾ ਪੈਂਡੈਮਿਕ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਨੂੰ ਲੈ ਕੇ ਕੀ ਪ੍ਰਤੀਕਿਰਿਆ ਰਹੀ ਸੀਗੀ। ਸੋ ਆਪਸ਼ਨਾਂ ਨੂੰ ਇੱਕ ਵਾਰ ਵੇਖ ਲੈਂਦੇ ਆ। ਦੇ ਵਰਕਡ ਹਾਰਡਰ ਐਂਡ ਲੌਂਗਰ ਟੂ ਅਰਨ ਮੋਰ ਮਨੀ, ਕਿ ਉਹਨਾਂ ਨੇ ਮਿਹਨਤ ਕੀਤੀ, ਹੋਰ ਜ਼ਿਆਦਾ ਮਿਹਨਤ ਕੀਤੀ ਪੈਸੇ ਕਮਾਉਣ ਲਈ। ਕੀ ਇਹ ਗੱਲ ਸਹੀ ਹੈ ਜਾਂ ਫਿਰ ਆਪਸ਼ਨ ਨੰਬਰ ਬੀ ਵੇਖੋ, ਦੇ ਡਿਸਾਈਡਡ ਟੂ ਵੇਟ ਟਿਲ ਦ ਸਿਚੁਏਸ਼ਨ ਇੰਪਰੂਵਡ, ਉਹਨਾਂ ਨੇ ਉਡੀਕ ਕੀਤੀ, ਇੰਤਜ਼ਾਰ ਕੀਤਾ, ਵੇਟ ਕੀਤੀ ਕਿ ਜਿਹੜੀ ਸਥਿਤੀ ਹੈਗੀ ਆ ਉਹ ਹੋਰ ਵਧੀਆ ਹੋ ਜਾਵੇ। ਆਪਸ਼ਨ ਨੰਬਰ ਸੀ ਵਿੱਚ ਲਿਖਿਆ ਹੋਇਆ ਮੋਰ ਦੈਨ 1/10, ਭਾਵ ਕਿ 1/10 ਜਿਹੜਾ ਭਾਗ ਹੈਗਾ ਆ ਰੂਰਲ ਪੇਰੈਂਟਸ ਦਾ, ਕਿ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਹਰ 10 ਘਰ ਵਿੱਚੋਂ ਜਿਹੜਾ ਇੱਕ ਘਰ ਸੀ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ, ਉਹਨਾਂ ਦੇ ਜਿਹੜੇ ਮਾਪਿਓ ਸੀਗੇ, ਬੌਟ ਖਰੀਦਿਆ, ਕੀ ਖਰੀਦਿਆ, ਫੋਨ ਖਰੀਦਿਆ ਫॉर देयर ਚਿਲਡਰਨ, ਕਿ ਪੇਂਡੂ ਖੇਤਰਾਂ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚੋਂ 1/10 ਲੋਕ ਹੈਗੇ ਆ, 1/10 ਲੋਕਾਂ ਨੇ ਆਪਦੇ ਬੱਚਿਆਂ ਲਈ ਫੋਨ ਖਰੀਦਿਆ। ਆਪਸ਼ਨ ਨੰਬਰ ਡੀ ਵਿੱਚ ਲਿਖਿਆ ਹੋਇਆ ਮੈਨੀ ਪੇਰੈਂਟਸ ਡਿਸਾਈਡਡ ਟੂ ਵਿਦਡਰਾ देयर ਚਿਲਡਰਨ ਫਰੋਮ ਸਕੂਲ, ਕਿ ਬਹੁਤ ਸਾਰੇ ਮਾਪਿਓ ਨੇ ਇਹ ਸੋਚਿਆ ਕਿ ਅਸੀਂ ਆਪਦੇ ਬੱਚਿਆਂ ਨੂੰ ਕੀ ਕਰ ਦਈਏ, ਸਕੂਲ ਤੋਂ ਹਟਾ ਲਈਏ। ਸੋ ਪਹਿਲੇ ਪ੍ਰਸ਼ਨ ਨੂੰ ਹੀ ਪੜ੍ਹ ਕੇ ਆਪਾਂ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਕਿ ਆਪਣਾ ਜਿਹੜਾ ਕੰਪਰੀਹੈਂਸ਼ਨ ਹੋਊਗਾ ਜੀ ਉਹ ਕਾਹਦੇ ਤੇ ਹੋਊਗਾ, ਕੋਰੋਨਾ ਪੈਂਡੈਮਿਕ ਦੀ ਹੀ ਉੱਥੇ ਗੱਲ ਕੀਤੀ ਜਾ ਰਹੀ ਹੈ ਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ। ਪਹਿਲਾ ਪ੍ਰਸ਼ਨ ਪੜ੍ਹ ਲਿਆ, ਆਪਾਂ ਨੂੰ ਨਹੀਂ ਪਤਾ ਆਨਸਰ ਕੀ ਹੈ, ਬਟ ਤੁਹਾਨੂੰ ਥੋੜਾ ਜਿਹਾ ਕੁਐਸਚਨ ਸਮਝ ਲੱਗ ਗਿਆ ਹੋਊਗਾ ਕਿ ਕੁਐਸਚਨ ਦੀ ਡਿਮਾਂਡ ਕੀ ਹੈ। ਤੇ ਜਦੋਂ ਹੁਣ ਆਪਾਂ ਦੁਬਾਰਾ ਉਸ ਕੰਪਰੀਹੈਂਸ਼ਨ ਤੇ ਜਾਵਾਂਗੇ ਤੇ ਆਪਣਾ ਮੇਨ ਫੋਕਸ ਕੀ ਹੋਊਗਾ ਕਿ ਇਹ ਜਿਵੇਂ ਕਿ ਪੇਰੈਂਟਸ ਇਨ ਰੂਰਲ ਏਰੀਆ ਉਹਨਾਂ ਦੀ ਕੀ ਪ੍ਰਤੀਕਿਰਿਆ ਸੀਗੀ, ਉਹ ਕਿਵੇਂ ਰਿਸਪੌਂਡ ਕਰ ਰਹੇ ਸੀਗੇ ਪੜ੍ਹਾਈ ਨੂੰ ਲੈ ਕੇ, ਆਪਾਂ ਇਹਨਾਂ ਚੀਜ਼ਾਂ ਨੂੰ ਹੀ ਉਸ ਪੈਰਾਗ੍ਰਾਫ ਵਿੱਚ ਉਸ ਕੰਪਰੀਹੈਂਸ਼ਨ ਦੇ ਵਿੱਚ ਲੱਭਾਂਗੇ। ਪਹਿਲਾਂ ਆਪਾਂ ਸਾਰੇ ਹੀ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ। ਦੂਸਰੇ ਪ੍ਰਸ਼ਨ ਵਿੱਚ ਇੱਕ ਫਿਲ ਇਨ ਦ ਬਲੈਂਕਸ ਹੈ। ਦੂਸਰੇ ਪ੍ਰਸ਼ਨ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ ਡਿਊਰਿੰਗ ਦ ਪੈਂਡੈਮਿਕ ਦੇ ਦੌਰਾਨ ਡੈਸ਼ ਕੇਮ ਫਾਰਵਰਡ, ਕੌਣ ਅੱਗੇ ਆਏ ਕੇਮ ਫਾਰਵਰਡ ਟੂ ਪ੍ਰੋਵਾਈਡ ਸਮ ਫਾਰਮ ਆਫ ਲਰਨਿੰਗ ਟੂ ਦ ਸਟੂਡੈਂਟਸ, ਭਾਵ ਇਹ ਕਿ ਬੱਚਿਆਂ ਦੀ ਹੈਲਪ ਕਰਨ ਲਈ ਲਰਨਿੰਗ ਦੇ ਵਿੱਚ, ਕਿਉਂਕਿ ਸਕੂਲ ਤਾਂ ਲੱਗ ਨਹੀਂ ਰਹੇ ਸੀ, ਸਕੂਲ ਨਾ ਲੱਗਣ ਕਰਕੇ ਬੱਚੇ ਘਰੇ ਬੈਠੇ ਸੀਗੇ। ਸੋ ਉਸ ਸਿਚੁਏਸ਼ਨ ਦੇ ਵਿੱਚ ਕੌਣ ਸਾਹਮਣੇ ਆਏ ਸੀ, ਕੀ ਉਹ ਕਾਲਜ ਸਟੂਡੈਂਟ ਸੀ, ਕੀ ਉਹ NGOs ਹੈਗੇ ਸੀ, ਜਾਂ ਫਿਰ ਉਹ ਘਰ ਦੇ ਪਰਿਵਾਰਕ ਮੈਂਬਰ ਸੀਗੇ, ਫੈਮਿਲੀ ਮੈਂਬਰ ਸੀ, ਜਾਂ ਫਿਰ ਉਹ ਰਿਟਾਇਰਡ ਟੀਚਰਸ ਹੈਗੇ ਸੀ। ਤੀਸਰੇ ਪ੍ਰਸ਼ਨ ਵੱਲ ਵੇਖਦੇ ਹਾਂ ਕਿ ਇੱਥੇ ਲਿਖਿਆ ਹੋਇਆ ਦ ASER, ਕੀ ਲਿਖਿਆ ਹੋਇਆ ਜੀ, ASER 2020 ਕਾਲਡ ਫॉर, ਕਿ ਇਹ ਕੀ ਸੀ ਇਸ ਪੈਰਾਗ੍ਰਾਫ ਵਿੱਚ ਦਿੱਤਾ ਹੋਊਗਾ। ਆਪਾਂ ਇੱਕ ਵਾਰ ਵੇਖ ਲੈਂਦੇ ਹਾਂ ਆਪਸ਼ਨਾਂ ਨੂੰ। ਐਡਿਕੁਏਟ ਫਾਈਨੈਂਸ਼ੀਅਲ ਅਸਿਸਟੈਂਸ ਟੂ ਦ ਮਾਰਜਨਲਾਈਜ਼ਡ ਸੈਕਸ਼ਨ ਆਫ ਦ ਸੋਸਾਇਟੀ ਟੂ ਬ੍ਰਿਜ ਦ ਡਿਜੀਟਲ ਡਿਵਾਈਡ, ਕਿ ਐਜੂਕੇਟ ਫਾਈਨਲ ਅਸਿਸਟੈਂਸ ਦਿੱਤੀ ਜਾਊਗੀ, ਮਤਲਬ ਕੁਝ ਪੈਸੇ ਵਗੈਰਾ ਵਿੱਤੀ ਸਹਾਇਤਾ ਦਿੱਤੀ ਜਾਊਗੀ ਉਹਨਾਂ ਲੋਕਾਂ ਨੂੰ, ਮਾਰਜਨਲਾਈਜ਼ਡ ਉਹ ਹਾਸ਼ੀਏ ਤੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਵਰਗ ਹਾਸ਼ੀਏ ਤੇ ਬੈਠਾ ਹੁੰਦਾ ਹੈ ਉਹਨਾਂ ਦੀ ਜਿਹੜੀ ਸਹਾਇਤਾ ਹੈਗੀ ਹੈ ਉਹ ਕੀਤੀ ਜਾਊਗੀ, ਤਾਂ ਕਿ ਜਿਹੜਾ ਡਿਵਾਈਡ ਹੈਗਾ ਆ ਡਿਜੀਟਲ ਡਿਵਾਈਡ ਕੀ ਹੈ ਜੀ, ਡਿਜੀਟਲ ਡਿਵਾਈਡ ਆਪਾਂ ਕਹਿੰਦੇ ਆ ਕਿ ਕਾਫੀ ਸਾਰੇ ਜਿਹੜੇ ਸਟੂਡੈਂਟ ਨੇ ਉਹਨਾਂ ਘਰੇ ਫੋਨ ਹੈਗੇ ਆ, ਬਟ ਕੁਝ ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈਗੇ। ਸੋ ਜਿਨ੍ਹਾਂ ਕੋਲ ਫੋਨ ਹੈਗੇ ਆ ਉਹ ਤਾਂ ਆਨਲਾਈਨ ਪੜ੍ਹ ਸਕਦੇ ਨੇ, ਬਟ ਜਿਨ੍ਹਾਂ ਕੋਲ ਫੋਨ ਨਹੀਂ ਹੈਗੇ ਉਹ ਤਾਂ ਆਨਲਾਈਨ ਨਹੀਂ ਪੜ੍ਹ ਸਕਦੇ। ਸੋ ਡਿਜੀਟਲ ਡਿਵਾਈਡ ਇਹੀ ਡਿਵਾਈਡ ਹੈ। ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਓਪਨਿੰਗ ਆਫ ਸਪੈਸ਼ਲ ਸਕੂਲ ਫॉर ਪੂਅਰ ਸਟੂਡੈਂਟਸ, ਕਿ ਆਪਾਂ ਕੀ ਕਰਾਂਗੇ, ਗਰੀਬ ਬੱਚਿਆਂ ਲਈ ਸਕੂਲ ਖੋਲਾਂਗੇ। ਆਪਸ਼ਨ ਨੰਬਰ ਸੀ 'ਚ ਲਿਖਿਆ ਹੋਇਆ ਫ੍ਰੀ ਬੁੱਕਸ ਐਂਡ ਫ੍ਰੀ ਮੀਲਸ ਫॉर ਦ ਨੀਡੀ, ਜ਼ਰੂਰਤਮੰਦਾਂ ਨੂੰ ਜਿਹੜੀਆਂ ਮੁਫਤ ਕਿਤਾਬਾਂ ਨੇ ਤੇ ਫ੍ਰੀ ਦਾ ਜਿਹੜਾ ਖਾਣਾ ਹੈਗਾ ਆ ਉਹ ਪ੍ਰੋਵਾਈਡ ਕੀਤਾ ਜਾਊਗਾ। ਜਾਂ ਫਿਰ ਡਿਵੈਲਪਿੰਗ ਅ ਨਿਊ ਡਿਜੀਟਲ ਪੈਡਾਗੋਜੀ ਟੂ ਬ੍ਰਿਜ ਦ ਡਿਜੀਟਲ ਡਿਵਾਈਡ, ਕਿ ਇੱਕ ਜਿਹੜਾ ਨਵਾਂ ਡਿਜੀਟਲ ਪੈਡਾਗੋਜੀ ਹੈ, ਪੈਡਾਗੋਜੀ ਆਪਾਂ ਸਿੱਖਿਆ ਸ਼ਾਸਤਰ ਨੂੰ ਕਹਿੰਦੇ ਆ, ਕਿ ਇੱਕ ਨਵਾਂ ਡਿਜੀਟਲ ਸਿੱਖਿਆ ਸ਼ਾਸਤਰ ਬਣਾਇਆ ਜਾਵੇ ਜਿਹਦੇ ਨਾਲ ਆਪਾਂ ਕੀ ਕਰ ਸਕਦੇ ਆ, ਬ੍ਰਿਜ ਕਰ ਸਕਦੇ ਆ। ਕੀ ਬ੍ਰਿਜ ਕਰਨਾ ਆ, ਜਿਹੜਾ ਡਿਜੀਟਲ ਡਿਵਾਈਡ ਹੈਗਾ ਆ ਉਹਨੂੰ ਆਪਾਂ ਬ੍ਰਿਜ ਕਰਾਂਗੇ, ਠੀਕ ਹੈ ਜੀ, ਜਿਹੜਾ ਕਿ ਗੈਪ ਹੈਗਾ ਆ ਉਹਨੂੰ ਆਪਾਂ ਪੂਰਾ ਕਰਾਂਗੇ। ਅੱਗੇ ਵੇਖੋ, ਅਗਲੇ ਪ੍ਰਸ਼ਨ ਨੂੰ ਵੇਖ ਲੈਂਦੇ ਆ। ਵਿਚ ਪੈਰਾਗ੍ਰਾਫ ਸ਼ੋਜ਼ ਦੈਟ ਪ੍ਰਾਈਵੇਟ ਸਟੂਡੈਂਟ ਹੈਡ ਬੈਟਰ ਐਕਸੈਸ ਟੂ ਟੈਕਨੋਲੋਜੀ ਦੈਨ ਗਵਰਨਮੈਂਟ ਸਕੂਲ ਸਟੂਡੈਂਟਸ, ਕਿ ਇਹਦੇ ਵਿੱਚ ਨਾ ਕੁਝ ਪੈਰਾਗ੍ਰਾਫ ਦਿੱਤੇ ਹੋਏ ਆ, 5 ਪੈਰਾਗ੍ਰਾਫ ਹੈਗੇ ਆ ਜੀ ਟੋਟਲ, ਜਿਹਦੇ ਵਿੱਚ ਕਿਸੇ 2 ਪੈਰਾਗ੍ਰਾਫ ਵਿੱਚ ਇਹੋ ਜੀ ਗੱਲ ਕੀਤੀ ਹੋਣੀ ਆ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇ, ਪ੍ਰਾਈਵੇਟ ਸਕੂਲ ਦੇ ਜਿਹੜੇ ਸਟੂਡੈਂਟਸ ਨੇ
ਉਹਨਾਂ ਕੋਲ ਬੈਟਰ ਐਕਸੈਸ ਹੈਗਾ ਆ। ਬੈਟਰ ਐਕਸੈਸ ਤੋਂ ਭਾਵ ਇਹ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਕੋਲ ਟੈਕਨੋਲੋਜੀ ਹੈਗੀ ਆ। ਕਹਿ ਸਕਦੇ ਹਾਂ ਕਿ ਆਨਲਾਈਨ ਪੜ੍ਹਨ ਲਈ ਉਹਨਾਂ ਕੋਲ ਤਾਂ ਟੈਕਨੋਲੋਜੀ ਹੈਗੀ ਆ, ਬਟ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਵਾਕ ਨੇ, ਗੌਰਮੈਂਟ ਸਕੂਲ ਦੇ ਜਿਹੜੇ ਸਟੂਡੈਂਟ ਨੇ, ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ। ਸੋ ਕੋਈ 2 ਪੈਰਾਗ੍ਰਾਫ ਇਸ ਗੱਲ ਦੀ ਗੱਲ ਕਰ ਰਹੇ ਹੈ। ਠੀਕ ਹੈ ਜੀ, ਇਹਨੂੰ ਵੀ ਆਪਾਂ ਵੇਖਾਂਗੇ। ਅਗਰ ਅੱਗੇ ਵੇਖੋ, which of the following piece of information is not supported by evidence in para 5? ਭਾਵ ਇਹ ਕਿ ਆਪਾਂ ਨੂੰ ਜਿਹੜਾ ਪੈਰਾ 5 ਹੈਗਾ ਨਾ, ਕਿ ਉਹਦੇ ਵਿੱਚ ਆਪਾਂ ਨੂੰ 5 ਪੈਰਾਗ੍ਰਾਫ ਦਿੱਤੇ ਹੋਏ ਆ ਜੀ, 5 ਪੈਰਾ ਦਿੱਤੇ ਹੋਏ ਆ ਇਸ ਕੰਪਰੀਹੈਂਸ਼ਨ ਦੇ ਵਿੱਚ। ਸੋ ਜਿਹੜਾ 5ਵਾਂ ਪੈਰਾ ਹੈਗਾ ਆ ਉਹ ਆਪਾਂ ਨੂੰ ਕਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਰਿਹਾ। ਸੋ ਇਹ ਕੁਐਸਚਨ ਆਪਾਂ ਨੂੰ 2-3 ਵਾਰ ਧਿਆਨ ਨਾਲ ਵੇਖਣਾ ਪਊਗਾ। ਕੰਪਰੀਹੈਂਸ਼ਨ ਨੂੰ ਵੀ ਪੜ੍ਹ ਕੇ ਮੈਂ ਤੁਹਾਨੂੰ ਦੱਸੂਗਾ ਕਿ ਇਹਦਾ ਜਵਾਬ ਤੁਸੀਂ ਕਿਵੇਂ ਦੇ ਸਕਦੇ ਹੋ। ਪਹਿਲਾਂ ਤਾਂ ਆਪਾਂ ਆਪਸ਼ਨਾਂ ਨੂੰ ਪੜ੍ਹ ਲੈਂਦੇ ਆ। ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਪ੍ਰਾਈਵੇਟ ਸਕੂਲ ਸਟੂਡੈਂਟਸ had better access to smartphones than student from government school, ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹਨਾਂ ਕੋਲ ਬੈਟਰ ਐਕਸੈਸ ਹੈ। ਬੈਟਰ ਐਕਸੈਸ ਦਾ ਕਿਹਦੀ ਗੱਲ ਕੀਤੀ ਜਾ ਰਹੀ ਹੈ? ਸਮਾਰਟਫੋਨ ਦੀ। ਭਾਵ ਇਹ ਕਿ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਕੋਲ ਸਮਾਰਟਫੋਨ ਜਿਹੜੇ ਹੈਗੇ ਨੇ ਉਹਨਾਂ ਕੋਲ ਤਾਂ ਈਜ਼ੀਲੀ ਅਵੇਲੇਬਲ ਨੇ, ਪਰ ਸਰਕਾਰੀ ਸਕੂਲਾਂ ਵਿੱਚ ਜਿਹੜੇ ਪੜ੍ਹਦੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਕੋਲ ਈਜ਼ੀਲੀ ਸਮਾਰਟਫੋਨਸ ਜਿਹੜੇ ਫੋਨ ਨੇ ਜੀ ਉਹ ਅਵੇਲੇਬਲ ਨਹੀਂ ਹੈਗੇ। ਆਪਸ਼ਨ ਨੰਬਰ B ਵੇਖੋ, ਮੋਰ ਸਟੂਡੈਂਟਸ ਫਰੋਮ ਯੂਪੀ ਦੈਨ ਰਾਜਸਥਾਨ ਰਿਸੀਵਡ ਮਟੀਰੀਅਲ ਔਰ ਐਕਟੀਵਿਟੀਜ਼, ਕਿ ਜਿਹੜੇ ਸਟੂਡੈਂਟਸ ਨੇ ਯੂਪੀ ਵਿੱਚ ਉਹ ਜ਼ਿਆਦਾ ਸਟੂਡੈਂਟ ਨੇ। ਠੀਕ ਹੈ ਜੀ, ਮੋਰ ਸਟੂਡੈਂਟ ਫਰੋਮ ਯੂਪੀ ਦੈਨ ਰਾਜਸਥਾਨ, ਕਿ ਜਿਹੜਾ ਸਟੱਡੀ ਮਟੀਰੀਅਲ ਹੈਗਾ ਆ ਆਨਲਾਈਨ ਇੱਥੇ ਗੱਲ ਕੀਤੀ ਜਾ ਰਹੀ ਹੈ ਉਹ ਯੂਪੀ ਦੇ ਬੱਚਿਆਂ ਨੂੰ ਜ਼ਿਆਦਾ ਮਿਲਦਾ ਆ ਜੇਕਰ ਆਪਾਂ ਰਾਜਸਥਾਨ ਦੇ ਬੱਚਿਆਂ ਤੋਂ ਕੰਪੈਰੀਜ਼ਨ ਕਰਦੇ ਹਾਂ। ਕਿ ਇਹੋ ਜੀ ਗੱਲ ਉਸ ਪੈਰਾ 5 ਵਿੱਚ ਲਿਖੀ ਹੋਈ ਆ, ਇਹ ਆਪਾਂ ਜ਼ਰੂਰ ਵੇਖਾਂਗੇ। ਤੇ 3rd ਵਿੱਚ ਲਿਖਿਆ ਹੋਇਆ ਬਿਹਾਰ ਰਿਸੀਵਡ ਲੈਸ ਮਟੀਰੀਅਲ ਐਂਡ ਐਕਟੀਵਿਟੀਜ਼ ਐਜ਼ ਕੰਪੇਅਰ ਟੂ ਰਾਜਸਥਾਨ ਐਂਡ ਯੂਪੀ, ਕਿ ਬਿਹਾਰ ਦੇ ਜਿਹੜੇ ਬੱਚੇ ਨੇ ਐਂਡ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਜਿਹੜਾ ਪੜ੍ਹਾਈ ਦਾ ਜਿਹੜਾ ਮਟੀਰੀਅਲ ਹੈ ਆਨਲਾਈਨ ਉਹ ਘੱਟ ਮਿਲਦਾ ਹੈ ਜੇਕਰ ਆਪਾਂ ਕੰਪੈਰੀਜ਼ਨ ਕਰਦੇ ਹਾਂ ਰਾਜਸਥਾਨ ਐਂਡ ਯੂਪੀ ਦੀ। ਇਹ ਗੱਲ ਪੜ੍ਹਨ ਤੋਂ ਬਾਅਦ ਆਪਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਪੈਣਾ ਆ ਕਿ ਜਦੋਂ ਵੀ ਆਪਾਂ ਪੈਰਾ 5 ਨੂੰ ਪੜ੍ਹਿਆ ਤੇ ਆਪਾਂ ਉਹਦੇ ਵਿੱਚ ਜਿਹੜੀ ਕੰਪੈਰੀਜ਼ਨ ਹੈਗੀ ਆ ਉਹ ਚੰਗੇ ਤਰੀਕੇ ਨਾਲ ਵੇਖਣੀ ਆ, ਫੇਰ ਹੀ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹਾਂ। ਅੱਗੇ ਲਿਖਿਆ ਹੋਇਆ WhatsApp was instrumental in supplying study material to students, ਕਿ ਜਿਹੜਾ WhatsApp ਹੈਗਾ ਆ ਇਹਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈਗੀ ਆ ਪੂਰਤੀ ਕਰਨ ਲਈ, ਸਪਲਾਈ ਕਰਨ ਲਈ। ਕੀ ਸਪਲਾਈ ਕਰਨ ਲਈ? ਸਟੱਡੀ ਮਟੀਰੀਅਲ ਟੂ ਸਟੂਡੈਂਟ, ਬੱਚਿਆਂ ਦੇ ਵਿੱਚ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਨ ਦੇ ਲਈ। ਸੋ ਆਪਾਂ ਨੂੰ ਵੀ ਪਤਾ ਲੱਗ ਗਿਆ ਕਿ WhatsApp ਦੀ ਗੱਲ ਵੀ ਕੀਤੀ ਜਾ ਰਹੀ ਹੈ। ਸੋ ਆਪਾਂ ਪੈਰਾਗ੍ਰਾਫ ਨੂੰ, ਉਸ ਪੈਰਾ ਨੂੰ ਰੀਡ ਕਰਨ ਲੱਗਿਆ ਇਸ ਗੱਲ ਦਾ ਵੀ ਧਿਆਨ ਰੱਖਾਂਗੇ। ਅੱਗੇ ਵੇਖੋ 6th ਪ੍ਰਸ਼ਨ ਹੈ, which of the following is most similar in meaning to the word demonstrated as used in the passage para 2? ਸੋ ਜਦੋਂ ਵੀ ਆਪਾਂ ਪੈਰਾ ਪੜਾਂਗੇ, ਨਾਲੇ ਇਹਨਾਂ ਪ੍ਰਸ਼ਨਾਂ ਨੂੰ ਵੇਖ ਕੇ ਤੁਹਾਨੂੰ ਇਹ ਗੱਲ ਵੀ ਵੇਖਣ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ ਕਿ ਵੋਕੈਬਲਰੀ ਬੇਸਡ ਪ੍ਰਸ਼ਨ ਵੀ ਵੇਖੋ ਕਿੰਨੇ ਜ਼ਿਆਦਾ ਪੁੱਛੇ ਜਾਂਦੇ ਨੇ, ਭਾਵੇਂ ਉਹ PSTET ਦਾ ਐਗਜ਼ਾਮ ਹੋਵੇ, CTET ਦਾ ਐਗਜ਼ਾਮ ਹੋਵੇ ਜਾਂ ਫਿਰ ETT ਦਾ ਐਗਜ਼ਾਮ ਹੋਵੇ। ਇਹਨਾਂ ਐਗਜ਼ਾਮ ਦੇ ਵਿੱਚ ਪੈਰਾਗ੍ਰਾਫ ਤੋਂ ਐਵੇਂ ਵੋਕੈਬਲਰੀ ਦੇ ਜਿਹੜੇ ਕਹਿ ਸਕਦੇ ਹਾਂ ਕਿ ਜਿਹੜੇ ਪ੍ਰਸ਼ਨ ਨੇ ਇਹ ਪੁੱਛੇ ਜਾਂਦੇ ਨੇ। ਈਵਨ ਤੁਹਾਡੇ ਸਿਲੇਬਸ ਵਿੱਚ ਵੀ ਇਹ ਗੱਲ ਲਿਖੀ ਹੁੰਦੀ ਹੈ। ਸੋ ਹੁਣ ਆਪਾਂ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ। ਇਹਨਾਂ ਨੇ ਸਿੱਧਾ ਪੁੱਛ ਲਿਆ ਕਿ ਡੈਮੋਨਸਟ੍ਰੇਟਡ ਜਿਹੜਾ ਵਰਡ ਹੈਗਾ ਆ ਇਹਦਾ ਤੁਸੀਂ ਕੀ ਕਰਨਾ ਆ, ਇਹਦਾ ਤੁਸੀਂ ਦੱਸਣਾ ਆ ਕਿ ਇਹਦਾ ਸਹੀ ਜਵਾਬ ਕੀ ਹੋਊਗਾ। ਹਾਲਾਂਕਿ ਇਹਦਾ ਜਿਹੜਾ ਜਵਾਬ ਹੈਗਾ ਉਹ ਤੁਹਾਨੂੰ ਪੈਰਾਗ੍ਰਾਫ ਵਿੱਚ ਨਹੀਂ ਮਿਲੂਗਾ, ਇਹ ਤੁਹਾਡੀ ਖੁਦ ਦੀ ਅੰਡਰਸਟੈਂਡਿੰਗ ਹੀ ਹੈ। ਹਾਲਾਂਕਿ ਮੈਂ ਇੱਥੇ ਤੁਹਾਨੂੰ ਇਹਦਾ ਸਹੀ ਜਵਾਬ ਨਹੀਂ ਦੱਸੂਗਾ, ਆਪਾਂ ਬਾਅਦ ਵਿੱਚ ਇਹਦੀ ਗੱਲ ਕਰਾਂਗੇ। ਪਹਿਲਾਂ ਫਿਰ ਵੀ ਮੈਂ ਇਹਨਾਂ ਦੀਆਂ ਆਪਸ਼ਨਾਂ ਨੂੰ ਰੀਡ ਕਰ ਦਿੰਨਾ। ਪ੍ਰੋਵਾਈਡਡ, ਸ਼ੋਡ, ਕਲੈਰੀਫਾਈਡ, ਅੰਡਰਲਾਈਨਡ। ਠੀਕ ਹੈ ਜੀ, ਇੱਥੇ ਸਿੱਧਾ ਪੁੱਛ ਲਿਆ ਕਿ ਡੈਮੋਨਸਟ੍ਰੇਟ ਦਾ ਤੁਸੀਂ ਐਂਟੋਨੀਅਮ ਦੱਸਣਾ ਆ, ਆਪੋਜ਼ਿਟ ਦੱਸਣਾ ਆ। ਆ ਵੇਖੋ, ਸੌਰੀ ਆਪੋਜ਼ਿਟ ਨਹੀਂ ਦੱਸਣਾ, ਨਾ ਹੀ ਐਂਟੋਨੀਅਮ ਦੱਸਣਾ, ਆਪਾਂ ਸਿਨੋਨੀਅਮ ਵਰਡ ਦੱਸਣਾ ਆ। ਵੇਖੋ ਸਿਮਿਲਰ ਲਿਖਿਆ ਸੀ, ਸੌਰੀ ਮੈਂ ਧਿਆਨ ਨਹੀਂ ਦਿੱਤਾ, ਮੈਨੂੰ ਲੱਗਿਆ ਆਪੋਜ਼ਿਟ ਪੁੱਛਿਆ ਗਿਆ। ਸਿਮਿਲਰ ਵਰਡ ਦੱਸਣਾ ਆ ਡੈਮੋਨਸਟ੍ਰੇਟਡ ਦਾ। ਡੈਮੋਨਸਟ੍ਰੇਟਡ ਕੀ ਹੁੰਦਾ ਵਿਖਾਇਆ ਗਿਆ। ਪੈਰਾਗ੍ਰਾਫ ਵਿੱਚ ਵੀ ਆਪਾਂ ਇਸ ਵਰਡ ਨੂੰ ਡਿਸਕਸ ਕਰਾਂਗੇ। ਅੱਗੇ ਵੇਖੋ 7th ਪ੍ਰਸ਼ਨ, which of the following words is the most opposite in meaning? ਕੀ ਲਿਖਿਆ ਹੋਇਆ? ਆਪੋਜ਼ਿਟ। ਇੱਥੇ ਗੱਲ ਕੀਤੀ ਗਈ ਸੀ ਐਂਟੋਨੀਅਮ ਦੀ। ਠੀਕ ਹੈ ਜੀ, ਐਂਟੋਨੀਅਮ ਦੀ ਗੱਲ ਕੀਤੀ ਜਾ ਰਹੀ ਹੈ। ਆਪੋਜ਼ਿਟ ਵਰਡ ਇਨ ਮੀਨਿੰਗ ਟੂ ਦਾ ਵਰਡ ਪ੍ਰੈਫਰਡ। ਪ੍ਰੈਫਰਡ ਜਿਹੜਾ ਵਰਡ ਹੈਗਾ ਆ ਉਹਦਾ ਤੁਸੀਂ ਕੀ ਕਰਨਾ ਆ, ਉਸ ਵਰਡ ਦਾ ਤੁਸੀਂ ਆਪੋਜ਼ਿਟ ਵਰਡ ਲੱਭਣਾ ਆ ਜਿਹੜਾ ਕਿ ਪੈਸੇਜ ਦੇ ਵਿੱਚ ਯੂਜ਼ ਕੀਤਾ ਗਿਆ ਪੈਰਾ 5 ਦੇ ਵਿੱਚ। ਕੀ ਸਹੀ ਜਵਾਬ ਹੋਊਗਾ? ਡਿਸਲਾਈਕਡ, ਰਿਜੈਕਟਡ, ਇਗਨਾਈਟਡ, ਰਿਕੁਆਇਰਡ। ਅੱਗੇ ਵੇਖਦੇ ਹਾਂ ਜੀ 8th ਪ੍ਰਸ਼ਨ ਜਿਹੜਾ ਕਿ ਸੈਕੰਡ ਲਾਸਟ ਪ੍ਰਸ਼ਨ ਹੈ ਜੀ। which part of speech is underlined word the following sentences? ਕਿ ਜਿਹੜਾ sentences ਨਹੀਂ, ਸੌਰੀ sentence ਹੀ ਹੈ,
कि एक सेंटेंस है ना, जे ज़्यादा होंदे फिर सेंटेंसेस होना सी। इत्थे लिखिया होया मोर स्टूडेंट्स जॉइंट गवर्नमेंट स्कूल दैन पब्लिक स्कूल्स, कि जिहड़े ज़्यादा बच्चे ने उन्होंने गवर्नमेंट स्कूल जॉइन किया एज कंपेयर टू पब्लिक स्कूल। इत्थे जिहड़ा दैन वर्ड लग्या होया इनू ही अंडरलाइन किया गया। तो ये जिहड़ा दैन वर्ड है की है, की ये कंजक्शन है, की ये प्रनाउन है, की ये एडजैक्टिव है या फिर ये एडवर्ब है। सो ਇਹਦਾ सही जवाब की होगा, ਤੁਹਾਨੂੰ ਕੀ लगता है ਇਹਦਾ सही जवाब की होगा? ਇਹ ਵੀ ग्रामर बेस्ड ही प्रश्न हैगा। सो इस प्रश्न ਨੂੰ ਆਪਾਂ ਲਾਸਟ ਤੇ ਵੇਖਾਂਗੇ। ਇੱਕ ਜਿਹੜਾ प्रश्न रह गया ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਕਿ ਇਹ ਇੱਕ ਐਰਰ ਬੇਸਡ प्रश्न हैगा ਆ कि which part of the following sentence contain an error? The rain had a good effect on the farmer's field। सो बाद ਵਿੱਚ ਤੁਹਾਨੂੰ ਪੁੱਛ ਲਿਆ ਗਿਆ ਕਿਉਂਕਿ ਸੈਂਟੈਂਸਸ ਨੂੰ 4 ਪਾਰਟਸ ਵਿੱਚ ਵੰਡਿਆ ਹੋਇਆ, ਜਿਵੇਂ ਕੀ ਹੈਗਾ ਆ ਪਹਿਲਾ ਪਾਰਟ, ਇਸ ਤੋਂ ਬਾਅਦ ਵੇਖੋ ਜੀ ਇਹ ਹੈ ਤੁਹਾਡਾ ਦੂਸਰਾ ਪਾਰਟ, ਫਿਰ ਤੀਸਰਾ ਪਾਰਟ ਤੁਸੀਂ ਵੇਖ ਸਕਦੇ ਹੋ, ਤੀਸਰਾ ਪਾਰਟ ਹੈਗਾ ਜੀ ਇਹ, ਸੌਰੀ ਤੀਸਰਾ ਪਾਰਟ ਇਹ ਆ, ਐਂਡ ਚੌਥਾ ਪਾਰਟ ਇੱਥੇ ਇਹਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ, ਔਨ ਵੀ ਇੱਥੇ ਲਿਖਿਆ ਹੋਇਆ। ਸੋ ਤੁਸੀਂ ਦੱਸਣਾ ਹੈ ਕਿ ਇਹਦੇ ਵਿੱਚ ਕੀ ਗਲਤ ਹੈ, ਕੀ ਆਪਸ਼ਨ ਡੀ, ਸੀ, ਏ ਜਾਂ ਫਿਰ ਬੀ। ਇਹਦੇ ਵਿੱਚ ਆਪਾਂ ਵੇਖਾਂਗੇ। ਪਹਿਲਾਂ ਆਪਾਂ ਰੀਡ ਕਰ ਲੈਂਦੇ ਹਾਂ ਪੈਰਾਗ੍ਰਾਫ ਨੂੰ। ਇਹ ਆਪਣੇ ਕੁਝ 9 ਪ੍ਰਸ਼ਨ ਸੀਗੇ। ਹੁਣ ਆਪਾਂ ਵੇਖਦੇ ਹਾਂ ਕਿ ਕਿੱਥੇ ਕਿੱਥੇ ਆਪਣੇ ਜਿਹੜੇ ਆਨਸਰ ਹੈਗੇ ਆ ਜੀ ਉਹ ਵੇਖਣ ਨੂੰ ਮਿਲਣਗੇ। ਸੋ ਸਭ ਤੋਂ ਪਹਿਲਾਂ ਆਪਾਂ ਪੈਰਾਗ੍ਰਾਫ ਨੂੰ ਰੀਡ ਕਰਨਾ ਸ਼ੁਰੂ ਕਰਦੇ ਹਾਂ। ਤੁਸੀਂ ਵੀ ਬੜੇ ਧਿਆਨ ਨਾਲ, ਭਾਵੇਂ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਖੁਦ ਵੀ ਰੀਡ ਕਰ ਲਿਓ ਤੇ ਜਿਵੇਂ ਜਿਵੇਂ ਮੈਂ ਰੀਡ ਕਰਦਾ ਜਾ ਰਿਹਾ ਤੁਸੀਂ ਬਾਅਦ ਵਿੱਚ ਉਹਨੂੰ ਵੀ ਵੇਖ ਸਕਦੇ ਆ। ਸੋ ਇੱਕ ਵਾਰ ਮੈਂ ਰੀਡ ਕਰਕੇ ਤੁਹਾਨੂੰ ਦੱਸ ਦਿੰਨਾ। ਲਿਖਿਆ ਹੋਇਆ ਰੀਡ ਦ ਪੈਸੇਜ given below and answer the questions that follow by selecting the correct most ਜਾਂ appropriate options। ਕਿ ਤੁਸੀਂ ਪਹਿਲਾਂ ਤਾਂ ਇਸ ਪੈਰਾਗ੍ਰਾਫ ਨੂੰ ਪੜ੍ਹਨਾ ਆ। ਪੈਰਾਗ੍ਰਾਫ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਕਿ ਪ੍ਰਸ਼ਨ ਆਪਾਂ ਆਲਰੇਡੀ ਪੜ੍ਹ ਹੀ ਚੁੱਕੇ ਆ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਕੀ ਲਿਖਿਆ ਹੋਇਆ, ਸਕੂਲ ਮਾਈਟ ਹੈਵ ਬੀਨ ਸ਼ਟ ਡਾਊਨ। ਮਤਲਬ ਇਹ ਕਿ ਸਕੂਲ ਬੰਦ ਹੋਣ ਦੇ ਬਾਅਦ ਵੀ, ਕੀ ਲਿਖਿਆ ਹੋਇਆ, ਸਕੂਲ ਬੰਦ ਹੋਣ ਦੇ ਬਾਅਦ ਜਿਹੜੇ ਬੱਚੇ ਹੈਗੇ ਆ ਬਟ ਚਿਲਡਰਨ ਕੰਟੀਨਿਊਡ देयर ਲਰਨਿੰਗ। ਕਿ ਜਿਹੜੇ ਬੱਚੇ ਨੇ ਚਿਲਡਰਨ ਕੰਟੀਨਿਊਡ, ਉਹਨਾਂ ਨੇ ਆਪਦੀ ਜਿਹੜੀ ਸਟੱਡੀਜ਼ ਹੈਗੀ ਆ, ਲਰਨਿੰਗ ਹੈਗੀ ਆ, ਉਹ ਜਾਰੀ ਰੱਖੀ ਡਿਊਰਿੰਗ ਦ ਪੈਂਡੈਮਿਕ। ਕਿ ਜਦੋਂ ਪੈਂਡੈਮਿਕ ਚੱਲ ਰਿਹਾ ਸੀਗਾ ਉਦੋਂ ਵੀ ਉਹਨਾਂ ਬੱਚਿਆਂ ਨੇ ਆਪਦੀ ਜਿਹੜੀ ਸਟੱਡੀ ਹੈਗੀ ਆ ਉਹ ਜਾਰੀ ਰੱਖੀ ਡਿਸਪਾਈਟ ਦ ਇਨਇਕੁਐਲਿਟੀਜ਼ ਐਂਡ ਡਿਜੀਟਲ ਡਿਵਾਈਡ। ਡਿਸਪਾਈਟ ਮਤਲਬ ਹੁੰਦਾ ਦੇ ਬਾਵਜੂਦ, ਇਨਇਕੁਐਲਿਟੀਜ਼ ਭਾਵ ਇਹ ਕਿ ਅਸਮਾਨਤਾ ਹੋਣ ਦੇ ਬਾਅਦ ਵੀ। ਡਿਜੀਟਲ ਡਿਵਾਈਡ ਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਨੂੰ ਲੋਕਾਂ ਵਿੱਚ ਡਿਜੀਟਲ ਡਿਵਾਈਡ ਵੇਖਣ ਨੂੰ ਮਿਲਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਸਮਾਰਟਫੋਨ ਦੀ ਐਗਜ਼ਾਮਪਲ ਦੇ ਕੇ ਕਿ ਜਿਹੜੇ ਅਮੀਰ ਘਰਾਂ ਦੇ ਜਿਹੜੇ ਲੋਕ ਨੇ ਜਾਂ ਫਿਰ ਈਵਨ ਜਿਹੜੇ ਸਮਾਰਟਫੋਨਸ ਨੂੰ ਅਫੋਰਡ ਕਰ ਸਕਦੇ ਨੇ ਉਹਨਾਂ ਕੋਲ ਜਿਹੜੇ ਫੋਨਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਹੈਗੀ ਆ ਜ਼ਿਆਦਾ। ਭਾਵ ਇਹ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੁੰਦੇ ਨੇ ਐਂਡ ਜਿਹੜੇ ਕਿ ਅਫੋਰਡ ਕਰ ਸਕਦੇ ਨੇ ਉਹਨਾਂ ਕੋਲ ਜਿਹੜਾ ਫੋਨ ਹੈਗਾ ਆ ਉਹ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਈਜ਼ੀਲੀ ਅਵੇਲੇਬਲ ਹੁੰਦਾ ਆ। ਬਟ ਜਿਹੜੇ ਆਪਣੇ ਗੌਰਮੈਂਟ ਸਕੂਲਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਕੋਲ ਜਿਹੜੇ ਸਮਾਰਟਫੋਨਸ ਨੇ ਉਹ ਅਵੇਲੇਬਲ ਨਹੀਂ ਹੁੰਦੇ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਡਿਜੀਟਲ ਜਿਹੜਾ ਡਿਵਾਈਡ ਹੈਗਾ ਆ ਉਹ ਤੁਹਾਨੂੰ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ ਐਂਡ ਜਿਹੜੀ ਅਸਮਾਨਤਾ ਹੈਗੀ ਆ ਉਹ ਇਹ ਵੇਖਣ ਨੂੰ ਮਿਲਦੀ ਹੈਗੀ ਹੈ। ਸੋ ਇਹ ਅਸਮਾਨਤਾ ਹੋਣ ਦੇ ਬਾਅਦ ਵੀ ਦ 15th ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ASER। ਹੁਣ ਤੁਹਾਨੂੰ ਯਾਦ ਆ ਰਿਹਾ ਕਿ ASER ਤੋਂ ਸੰਬੰਧਿਤ ਇੱਕ ਪ੍ਰਸ਼ਨ ਪੁੱਛਿਆ ਗਿਆ ਸੀਗਾ। ਰਿਫਲੈਕਟਡ ਦ ਰੈਜ਼ੀਲੀਅੰਸ ਸ਼ੋਨ ਟੁਵਾਰਡ ਲਰਨਿੰਗ ਐਜ਼ 11% of all rural family bought a new phone since the lockdown began and 80% of these were smartphones। ਐਂਡ ਇਹ ਆਪਣਾ ਪਹਿਲਾ ਪੈਰਾਗ੍ਰਾਫ ਹੀ ਸੀ ਤੇ ਆਪਾਂ ਨੂੰ ਇੱਥੇ ਪਹਿਲੇ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਉਹ ਵੀ ਮਿਲ ਗਿਆ। ਕਿਵੇਂ ਮਿਲਿਆ? ਪਹਿਲਾਂ ਆਪਾਂ ਇਸ ਜੋ ਆਪਾਂ ਲਾਈਨ ਪੜ੍ਹੀ ਆ ਇਹਦਾ ਆਪਾਂ ਮੀਨਿੰਗ ਦੁਬਾਰਾ ਤੋਂ ਸਮਝ ਲੈਂਦੇ ਆ ਕਿ ਜਿਹੜੀ 15th ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਹੈਗੀ ਆ ASER ਕੀ ਹੈ ਜੀ? ASER 2020 ਦੀ ਜਿਹੜੀ 15ਵੀਂ ਜਿਹੜੀ ਐਨੂਅਲ ਰਿਪੋਰਟ ਹੈਗੀ ਆ ਉਹਦੇ ਵਿੱਚ ਜਿਹੜੀ ਗੱਲ ਹੈਗੀ ਆ ਕੀ ਰਿਫਲੈਕਟ ਕੀਤੀ ਗਈ ਹੈ, ਰਿਫਲੈਕਟਡ ਦਰਸਾਈ ਗਈ ਹੈ। ਆਪਾਂ ਨੂੰ ਜਿਹੜੀ ਝਲਕ ਹੈਗੀ ਆ ਉਹ ਵੇਖਣ ਨੂੰ ਮਿਲਦੀ ਹੈ ਕਾਦੀ, ਦ ਰੈਜ਼ੀਲੀਅੰਸ ਸ਼ੋਨ ਟੁਵਾਰਡ ਲਰਨਿੰਗ। ਰੈਜ਼ੀਲੀਅੰਸ ਆਪਾਂ ਕਹਿ ਦਿੰਦੇ ਆ ਜੀ ਲਚੀਲਾਪਨ ਕਹਿ ਦਿੰਦੇ ਆ, ਜਿਹੜੀ ਕਿ ਟੈਂਡੈਂਸੀ ਹੁੰਦੀ ਹੈ ਇਹਨਾਂ ਦੀ। ਰੈਜ਼ੀਲੀਅੰਸ ਸ਼ੋਨ ਟੁਵਾਰਡ ਲਰਨਿੰਗ ਕਿ ਜਿਹੜੀ ਲਰਨਿੰਗ ਨੂੰ ਲੈ ਕੇ ਇਹਨਾਂ ਦੀ ਜਿਹੜੀ ਰੈਜ਼ੀਲੀਅੰਸ ਹੈਗੀ ਆ ਉਹ ਆਪਾਂ ਵੇਖਣ ਨੂੰ ਮਿਲੀ ਹੈ। ਭਾਵ ਕਿ ਸਟੱਡੀ ਨੂੰ ਲੈ ਕੇ ਕਿ ਜਿਹੜੇ 11% ਜਿਹੜੇ ਰੂਰਲ ਫੈਮਿਲੀ ਦੇ ਜਿਹੜੇ ਲੋਕ ਨੇ, ਜਿਵੇਂ ਕਿ ਪੇਂਡੂ ਖੇਤਰਾਂ ਦੇ ਜਿਹੜੇ 11% ਲੋਕਾਂ ਨੇ, ਭਾਵ 11% ਲੋਕਾਂ ਨੇ ਬੌਟ ਅ ਨਿਊ ਫੋਨ ਕਿ ਨਵੇਂ ਫੋਨ ਉਹਨਾਂ ਨੇ ਖਰੀਦੇ
ਸਿੰਸ ਦ ਲੋਕਡਾਊਨ, ਕਿ ਲੋਕਡਾਊਨ ਦੀ ਗੱਲ ਕੀਤੀ ਜਾ ਰਹੀ ਹੈ। ਐਂਡ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ ਪੁਆਇੰਟ ਐਡ ਕੀਤਾ ਕਿ 80% ਜਿਹੜੇ ਹੈਗੇ ਸੀ ਇਹਨਾਂ ਵਿੱਚੋਂ ਵੀ ਉਹ ਵੀ ਸਮਾਰਟਫੋਨ ਹੈਗੇ ਸੀ, ਕਿ ਮਤਲਬ ਕਿ ਮਹਿੰਗੇ ਜਿਹੜੇ ਫੋਨ ਹੁੰਦੇ ਨੇ, ਅੱਜ ਕੱਲ੍ਹ ਸਮਾਰਟਫੋਨ ਤਾਂ ਚਲੋ ਸਸਤੇ ਮਿਲ ਜਾਂਦੇ ਨੇ, ਬਟ ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਮਹਿੰਗੇ ਵਾਲੀ ਕੈਟੇਗਰੀ ਵਿੱਚ ਗਿਣਦੇ ਹਾਂ, ਕਿਉਂਕਿ ਜਿਹੜੇ ਹੋਰ ਲੋਕ ਹੁੰਦੇ ਨੇ ਜਿਹੜੇ ਕਿ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਫੋਨ ਵੀ ਮਹਿੰਗੇ ਹੀ ਆ, ਸੋ ਉਹਨਾਂ ਲਈ ਇਹ ਫੋਨ ਖਰੀਦਣਾ ਵੀ ਬਹੁਤ ਵੱਡੀ ਗੱਲ ਹੁੰਦੀ ਆ। ਸੋ 80% ਫੋਨ ਉਹਨਾਂ ਵਿੱਚੋਂ ਵੀ ਕੀ ਸੀਗੇ ਜੀ, ਉਹ ਸਮਾਰਟਫੋਨ ਹੈਗੇ ਸੀ। ਤੇ ਟੋਟਲ ਕਿੰਨੇ ਪਰਿਵਾਰ ਸੀਗੇ ਜੀ, 11% ਪਰਿਵਾਰ ਸੀ। ਸੋ ਤੁਹਾਨੂੰ ਇਹ ਗੱਲ ਯਾਦ ਆ ਰਹੀ ਹੋਣੀ ਆ ਕਿ ਜਿਹੜਾ ਆਪਣਾ ਪਹਿਲਾ ਪ੍ਰਸ਼ਨ ਸੀ, ਹੁਣ ਆਪਾਂ ਦੁਬਾਰਾ ਚੱਲਦੇ ਹਾਂ ਉਸ ਪ੍ਰਸ਼ਨ ਦੇ ਉੱਤੇ। ਜਿਹੜਾ ਪਹਿਲਾ ਪ੍ਰਸ਼ਨ ਸੀ, ਪਹਿਲੇ ਪ੍ਰਸ਼ਨ ਨੂੰ ਧਿਆਨ ਨਾਲ ਰੀਡ ਕਰੋ। ਕੀ ਲਿਖਿਆ ਸੀਗਾ, How did parents in rural area responded the loss of studies suffered by their children during in the pandemic? ਕਿ ਜਿਹੜੇ ਰੂਰਲ ਏਰੀਆ ਦੇ ਜਿਹੜੇ ਪੇਰੈਂਟਸ ਨੇ, ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕ ਨੇ, ਆਪਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਸੀਗਾ, ਉਹਨਾਂ ਵਿੱਚ ਉਹਨਾਂ ਦੀ ਕੀ ਪ੍ਰਤੀਕਿਰਿਆ ਸੀਗੀ। ਦੇ ਵਰਕਡ ਹਾਰਡਰ, ਉੱਥੇ ਤਾਂ ਮੈਂ ਕਿਤੇ ਨਹੀਂ ਵੇਖਿਆ ਕਿ ਵਰਕ ਹਾਰਡਰ ਦੀ ਗੱਲ ਕੀਤੀ ਹੋਵੇ ਕਿ ਉਹ ਬਹੁਤ ਮਿਹਨਤ ਕਰਨਗੇ। ਦੇ ਡਿਸਾਈਡਡ ਟੂ ਵੇਟ, ਉਹ ਵੇਟ ਕਰ ਰਹੇ ਸੀ ਕਿ ਹਾਂ ਵੀ ਸਿਚੁਏਸ਼ਨ ਜਦੋਂ ਇੰਪਰੂਵ ਹੋਊਗੀ ਫਿਰ ਆਪਾਂ ਆਪਦੇ ਬੱਚਿਆਂ ਨੂੰ ਕੀ ਕਰਾਂਗੇ, ਮੋਬਾਈਲ ਫੋਨ ਦੇਵਾਂਗੇ, ਜਾਂ ਫਿਰ ਮੋਰ ਦੈਨ ਜਿਹੜੇ 1/10 ਜਿਹੜੇ ਲੋਕ ਨੇ ਰੂਰਲ ਜਿਹੜੇ ਕਿ ਪੇਰੈਂਟਸ ਹੈਗੇ ਨੇ, ਉਹਨਾਂ ਨੇ ਫੋਨ ਲਿਆ ਕੇ ਦਿੱਤੇ ਆਪਦੇ ਬੱਚਿਆਂ ਨੂੰ। ਸੋ ਇਹੀ ਗੱਲ ਉੱਥੇ ਵੀ ਲਿਖੀ ਹੋਈ ਸੀਗੀ ਕਿ 11% ਜਿਹੜੇ ਰੂਰਲ ਮਾਪਿਓ ਸੀਗੇ। ਸੋ 100 ਦਾ ਜਿਹੜਾ 11% ਤਾਂ ਇਹਦੇ ਬਰਾਬਰ ਹੀ ਹੋਇਆ ਨਾ, 1/10 ਹੈਗਾ ਆ ਇਹ। ਜਿਹਦੇ 1/10 ਦੀ ਗੱਲ ਕੀਤੀ ਜਾ ਰਹੀ ਆ, ਇਹ 11/100 ਇਹਦਾ ਬਰਾਬਰ ਹੀ ਹੋਇਆ ਨਾ, ਕਿ 11% ਦੀ ਜਦੋਂ ਇਹ ਗੱਲ ਕਰ ਰਹੀ ਹੈ। ਸੋ ਉੱਥੇ ਆਪਣੇ ਕੁਐਸਚਨ ਵਿੱਚ ਵੀ ਤਾਂ ਇਹੀ ਲਿਖਿਆ ਹੋਇਆ ਸੀ, ਆਪਣਾ ਜਿਹੜਾ ਪਹਿਲਾ ਪੈਰਾਗ੍ਰਾਫ ਹੈਗਾ ਆ, ਪਹਿਲਾ ਜਿਹੜਾ ਪੈਰਾ ਆ, ਇਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਲਰਨਿੰਗ ਐਸ 11% ਆਫ ਆਲ ਰੂਰਲ ਫੈਮਿਲੀ ਬੌਟ ਅ ਨਿਊ ਫੋਨ ਸਿੰਸ ਦ ਲੋਕਡਾਊਨ ਬਿਗੇਨ। ਐਂਡ ਆਪਣਾ ਜਿਹੜਾ ਇੱਕ ਨੰਬਰ ਹੈਗਾ ਜੀ ਉਹ ਤਾਂ ਪੱਕਾ ਹੋ ਗਿਆ। ਵੇਖੋ ਇਹਦਾ ਆਪਾਂ ਸਹੀ ਜਵਾਬ ਕੀ ਲਗਾਵਾਂਗੇ, ਸੀ ਲਗਾਵਾਂਗੇ, ਸਾਹਮਣੇ ਹੀ ਪਿਆ ਸੀ ਇਹਦਾ ਜਿਹੜਾ ਸਹੀ ਜਵਾਬ ਸੀਗਾ। ਠੀਕ ਹੈ ਜੀ, ਹੁਣ ਆਪਾਂ ਵੇਖਦੇ ਹਾਂ ਦੂਸਰੇ ਪੈਰਾਗ੍ਰਾਫ ਨੂੰ। ਐਂਡ ਇੱਥੇ ਇੱਕ ਹੋਰ ਗੱਲ ਲਿਖੀ ਹੋਈ ਹੈ, ਆਲਸੋ ਮੋਰ ਚਿਲਡਰਨ ਜੁਆਇਨਡ ਗਵਰਨਮੈਂਟ ਸਕੂਲ ਦੈਨ ਪ੍ਰਾਈਵੇਟ ਸਕੂਲ, ਕਿ ਇਸ ਸਿਚੁਏਸ਼ਨ ਦੇ ਵਿੱਚ ਪੈਂਡੈਮਿਕ ਦੇ ਟਾਈਮ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਟੂਡੈਂਟ ਨੇ ਉਹਨਾਂ ਵਿੱਚ ਗਿਣਤੀ ਵਧਣੀ ਸ਼ੁਰੂ ਹੋ ਗਈ ਸੀਗੀ। ਇਹੀ ਲਿਖਿਆ ਨਾ, ਮੋਰ ਚਿਲਡਰਨ ਜੁਆਇਨਡ, ਕਿ ਜੁਆਇਨ ਕੀਤਾ ਗਵਰਨਮੈਂਟ ਸਕੂਲਾਂ ਨੂੰ, ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬੱਚਿਆਂ ਨੇ ਜ਼ਿਆਦਾ ਜੁਆਇਨ ਕੀਤਾ ਗਵਰਨਮੈਂਟ ਸਕੂਲਾਂ ਨੂੰ, ਕਿਉਂਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਨਿਕਲ ਕੇ ਗਵਰਨਮੈਂਟ ਸਕੂਲਾਂ ਵਿੱਚ ਆ ਰਹੇ ਸੀਗੇ, ਫੀਸ ਦੇ ਨਹੀਂ ਪਾ ਰਹੇ ਸੀ ਉਸ ਟਾਈਮ ਦੇ ਵਿੱਚ। ਸੋ ਇਹ ਗੱਲ ਆਪਾਂ ਨੂੰ ਫਸਟ ਪੈਰਾ ਵਿੱਚ ਵੇਖਣ ਨੂੰ ਮਿਲੀ। ਦੂਸਰੇ ਪੈਰਾਗ੍ਰਾਫ ਨੂੰ ਆਪਾਂ ਰੀਡ ਕਰਦੇ ਹਾਂ। ਵਾਈਲ ਦ ਕਲੋਜ਼ਰ ਆਫ ਸਕੂਲ ਸਿੰਸ ਮਾਰਚ 2020, ਕਿ ਮਾਰਚ 2020 ਦੇ ਵਿੱਚ ਜਦੋਂ ਵੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ, ਕਲੋਜ਼ਰ ਗੱਲ ਕੀਤੀ ਗਈ ਹੈ ਬੰਦ ਕਰਨ ਦੀ। ਵਾਈਲ ਦ ਕਲੋਜ਼ਰ ਆਫ ਸਕੂਲਸ, ਕਿ ਮਾਰਚ 2020 ਦੇ ਵਿੱਚ ਜਦੋਂ ਇਹਨਾਂ ਸਕੂਲਾਂ ਨੂੰ ਬੰਦ ਕੀਤਾ ਗਿਆ ਸੀਗਾ, affected campus academic activities, the good news was that 70% of community came out to help the school support system। ਧਿਆਨ ਨਾਲ ਪੜਿਓ, ਕਹਿੰਦੇ ਕਿ ਸਕੂਲ ਬੰਦ ਹੋਣ ਤੋਂ ਬਾਅਦ ਜਿਹੜੇ ਕੈਂਪਸ ਸੀਗੇ, ਆਪਣੇ ਸਕੂਲਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦੀਆਂ ਜਿਹੜੀਆਂ ਅਕੈਡਮਿਕ ਐਕਟੀਵਿਟੀ ਸੀਗੀਆਂ ਉਹ ਰੁਕ ਗਈਆਂ ਸੀਗੀਆਂ। ਬਟ ਜਿਹੜੀ ਇੱਕ ਵਧੀਆ ਨਿਊਜ਼ ਵੀ ਵੇਖਣ ਨੂੰ ਮਿਲੀ ਕਿ ਜਿਹੜੇ 70% ਜਿਹੜੇ ਕਮਿਊਨਿਟੀ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਬਾਹਰ ਆਏ। ਕਿਉਂ ਬਾਹਰ ਆਏ? ਟੂ ਹੈਲਪ ਦ ਸਕੂਲ ਸਪੋਰਟ ਸਿਸਟਮ। ਦ ਡਾਟਾ ਡੈਮੋਨਸਟ੍ਰੇਟਡ ਨਾਮ ਦਾ ਜਿਹੜਾ ਇੱਕ ਵਰਡ ਹੈਗਾ ਆ, ਉਹ ਵੀ ਆਪਣੇ ਇੱਕ ਕੁਐਸਚਨ ਵਿੱਚ ਆਇਆ ਸੀਗਾ। ਐਂਡ ਆਪਾਂ ਦੁਬਾਰਾ ਪੜ੍ਹ ਲੈਂਦੇ ਆ। ਦ ਡਾਟਾ ਡੈਮੋਨਸਟ੍ਰੇਟਡ ਦੈਟ almost 3/4 of all children received some form of learning support from family members। ਐਂਡ ਤੁਹਾਨੂੰ ਯਾਦ ਵੀ ਆ ਰਿਹਾ ਹੋਊਗਾ ਕਿ ਉੱਥੇ ਉਹਨਾਂ ਨੇ ਸਪੋਰਟ ਦੀ ਗੱਲ ਕੀਤੀ ਸੀਗੀ, ਉੱਥੇ ਉਹਨਾਂ ਨੇ NGOs ਲਿਖਿਆ ਸੀਗਾ। ਪ੍ਰਸ਼ਨ ਨੂੰ ਆਪਾਂ ਦੁਬਾਰਾ ਵੇਖਾਂਗੇ, ਪਹਿਲਾਂ ਇੱਕ ਵਾਰ ਆਪਾਂ ਇਹਨੂੰ ਧਿਆਨ ਨਾਲ ਵੇਖ ਲੈਂਦੇ ਆ। The data demonstrated that almost 3/4 of all children received some form of learning support from family members। ਵੈਸੇ ਇੱਥੇ 3/4 ਲਿਖਿਆ ਹੋਇਆ, 3/4 ਦਾ ਕੀ ਮਤਲਬ ਹੈ ਜੀ? 3/4 ਦਾ ਮਤਲਬ ਕੀ ਹੈ ਜੀ? ਇੱਥੇ ਮਤਲਬ ਹੈਗਾ 3/4 ਦਾ। 3/4 ਦਾ ਮਤਲਬ ਹੋ ਗਿਆ ਕਿ ਲਗਭਗ ਜਿਹੜੇ 75% ਨੇ। ਜੇ ਤੁਸੀਂ 3/4 ਦਾ 100% ਕੱਢੋਗੇ ਤੇ ਕਿੰਨਾ ਹੋਊਗਾ ਜੀ? ਲਗਭਗ ਆ ਗਿਆ ਜੀ, 75 ਆ ਗਿਆ ਨਾ। ਲਗਭਗ ਜਿਹੜੇ 75% ਜਿਹੜੇ ਕਹਿ ਸਕਦੇ ਆ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਸਪੋਰਟ ਮਿਲਿਆ। ਕਿਹਦਾ ਸਪੋਰਟ ਮਿਲਿਆ? ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹਨਾਂ ਦਾ ਸਪੋਰਟ ਮਿਲਿਆ। ਤੇ ਇਹ ਜਿਹੜਾ ਸੇਮ ਕੁਐਸਚਨ ਸੀਗਾ ਆਪਣਾ ਸੈਕੰਡ ਪ੍ਰਸ਼ਨ, ਵੇਖੋ ਕੀ ਲਿਖਿਆ ਹੋਇਆ ਇੱਥੇ। ਇਹ ਸੈਕੰਡ ਪ੍ਰਸ਼ਨ ਹੈ ਆਪਣਾ। ਡਿਊਰਿੰਗ ਦ ਪੈਂਡੈਮਿਕ
द डैश केम फॉरवर्ड टू प्रोवाइड सम फॉर्म ऑफ लर्निंग टू द स्टूडेंट्स। कि ਉਹ ਕਾਲਜ ਸਟੂਡੈਂਟ ਸੀ, NGO ਸੀ, ਫੈਮਿਲੀ ਮੈਂਬਰ ਸੀ, ਰਿਟਾਇਰਡ ਟੀਚਰ ਸੀ। ਹੁਣ ਤੁਸੀਂ ਆਪ ਹੀ ਦੱਸੋਗੇ ਕਿ ਇਹਦਾ ਜਵਾਬ ਕੀ ਹੋਊਗਾ। ਜਵਾਬ ਕੀ ਹੈ ਜੀ? ਫੈਮਿਲੀ ਮੈਂਬਰਸ, ਕਿਉਂਕਿ ਇਹ ਤਾਂ ਜਵਾਬ ਜਿਹੜਾ ਸੀਗਾ ਆਪਣੇ ਸਾਹਮਣੇ ਹੀ ਪਿਆ ਸੀਗਾ ਕਿ ਜਿਹੜੇ ਆਪਣੇ ਫੈਮਿਲੀ ਮੈਂਬਰ ਸੀ ਉਹ ਆਏ ਬੱਚਿਆਂ ਦੇ ਸਪੋਰਟ ਵਿੱਚ ਉਹ ਆਏ ਸੀਗੇ। ਵੇਖੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਨੋਟੇਬਲੀ ਈਵਨ ਅਮੰਗ ਚਿਲਡਰਨ ਹੁਜ਼ ਪੇਰੈਂਟਸ ਹੈਵ ਨਾਟ ਸਟੱਡੀਡ ਬਿਯੋਂਡ ਪ੍ਰਾਇਮਰੀ ਸਕੂਲ। ਕਿ ਜਿਹੜੇ ਮਾਪਿਓ ਪ੍ਰਾਇਮਰੀ ਲੈਵਲ ਤੱਕ ਵੀ ਨਹੀਂ ਪੜ੍ਹੇ ਸੀ ਉਹਨਾਂ ਨੇ ਵੀ ਆਪਦੇ ਬੱਚਿਆਂ ਦੀ ਹੈਲਪ ਕੀਤੀ। ਜਿਹੜੇ 올ਡਰ ਸਿਬਲਿੰਗਸ ਨੇ, ਇੱਥੇ ਲਿਖਿਆ ਹੋਇਆ ਨਾ, ਵੇਖੋ ਕੀ ਲਿਖਿਆ ਹੋਇਆ, 올ਡਰ ਸਿਬਲਿੰਗਸ also playing an important role in helping the younger children learn। ਕਿ ਜਿਹੜੇ ਆਪਣੇ ਵੱਡੇ ਭੈਣ ਭਰਾ ਹੁੰਦੇ ਨੇ ਉਹਨਾਂ ਨੇ ਵੀ ਉਹਨਾਂ ਬੱਚਿਆਂ ਦੀ ਹੈਲਪ ਕੀਤੀ ਜਿਹੜੇ ਕਿ ਸਕੂਲਾਂ ਵਿੱਚ ਪੜ੍ਹਦੇ ਸੀ। ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਅੱਗੇ ਵੇਖੋ ਅੱਗੇ ਕੀ ਲਿਖਿਆ ਹੋਇਆ, ਦ ਰਿਪੋਰਟ। ਕੀ ਗੱਲ ਲਿਖੀ ਹੋਈ ਆ? ਦ ਰਿਪੋਰਟ ਕਾਲਡ ਫॉर ਡਿਵੈਲਪਿੰਗ ਅ ਡਿਜੀਟਲ ਪੈਡਾਗੋਜੀ ਐਂਡ ਟੂ ਪ੍ਰਾਇਓਰਟਾਈਜ਼ ਐਫਰਟ ਟੂ ਬ੍ਰੇਕ ਦ ਡਿਜੀਟਲ ਡਿਵਾਈਡ। ਹੁਣ ਤੁਹਾਨੂੰ ਕੁਝ ਯਾਦ ਆ ਰਿਹਾ ਹੋਣਾ। ਸੋ ਇਹ ਕਿਹਦੀ ਰਿਪੋਰਟ ਦੀ ਗੱਲ ਕੀਤੀ ਜਾ ਰਹੀ ਹੈ? ਇਹ ਜਿਹੜੀ ਰਿਪੋਰਟ ਹੈਗੀ ਆ ਇਹ ਕਿਤੇ ਨਾ ਕਿਤੇ ASER ਰਿਪੋਰਟ ਹੀ ਤਾਂ ਹੈ। ASER ਰਿਪੋਰਟ ਹੈ ਇਹ। ਸੋ ਤੁਹਾਨੂੰ ਯਾਦ ਹੋਊਗਾ ਆਪਾਂ ਪ੍ਰਸ਼ਨ ਵਿੱਚ ਡਿਸਕਸ ਵੀ ਕੀਤਾ ਸੀਗਾ। ਕੀ ਡਿਸਕਸ ਕੀਤਾ ਸੀ? ਪ੍ਰਸ਼ਨ ਨੂੰ ਧਿਆਨ ਨਾਲ ਵੇਖੋ। ਦ ASER ਜਿਹੜਾ 2020 ਲਿਖਿਆ ਹੋਇਆ ਕਾਲਡ ਫॉर ਕੀ ਸੀ ਇਹ? ਇੱਥੇ ਵੇਖੋ ਇਹਨਾਂ ਆਪਸ਼ਨਾਂ ਨੂੰ ਧਿਆਨ ਨਾਲ ਵੇਖੋ। adequate financial assistance to the marginalized section of society to bridge the digital divide, opening of special school for poor students, free books and free meals for the needy, developing a new digital pedagogy to bridge the digital divide। so ਇਹੀ ਗੱਲ ਲਿਖੀ ਸੀ ਨਾ, developing a new digital pedagogy to bridge the digital divide। ਇੱਕ ਵਾਰ ਮੈਂ ਪੈਰਾਗ੍ਰਾਫ ਵਿੱਚ ਵਿਖਾ ਦਿੰਨਾ ਇਹਦਾ ਜਵਾਬ ਕਿੱਥੇ ਆ ਜੀ। ਸੋ ਪਹਿਲੀ ਲਾਈਨ ਹੀ ਥਰਡ ਪੈਰਾ ਵੇਖੋ, report called for developing a digital pedagogy and to prioritize effort to break the digital divide। ਕਿ ਜਿਹੜੀ ਰਿਪੋਰਟ ਬਣਾਈ ਗਈ ਸੀਗੀ ਕਿ ਡਿਜੀਟਲ ਪੈਡਾਗੋਜੀ ਨੂੰ ਡਿਵੈਲਪ ਕਰਨ ਲਈ ਜਿਹੜਾ ਸਿੱਖਿਆ ਸ਼ਾਸਤਰ ਹੈਗਾ ਆ ਡਿਜੀਟਲ ਤਰੀਕੇ ਨਾਲ ਐਂਡ ਪ੍ਰਾਇਓਰਟਾਈਜ਼ ਕੀ ਕੀਤਾ ਜਾਵੇ ਕਿ ਜਿਹੜਾ ਡਿਜੀਟਲ ਡਿਵਾਈਡ ਹੈਗਾ ਆ ਜਿਹੜਾ ਕਿ ਲੋਕਾਂ ਵਿੱਚ ਵੇਖਣ ਨੂੰ ਮਿਲਦਾ, ਬੱਚਿਆਂ ਵਿੱਚ ਵੇਖਣ ਨੂੰ ਮਿਲ ਰਿਹਾ। ਐਂਡ ਇਹ ਕਿਹੜਾ ਡਿਜੀਟਲ ਡਿਵਾਈਡ ਹੈਗਾ ਜੀ? ਉਹ ਡਿਜੀਟਲ ਡਿਵਾਈਡ ਜਿਹਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਜਿਹੜੇ ਸਮਾਰਟਫੋਨਸ ਨੇ ਉਹ ਜ਼ਿਆਦਾ ਐਕਸੈਸ ਵਿੱਚ ਮਿਲ ਰਿਹਾ, ਈਜ਼ਲੀ ਅਵੇਲੇਬਲ ਹੈਗੇ ਆ, ਬਟ ਜਿਹੜੇ ਗੌਰਮੈਂਟ ਸਕੂਲਾਂ ਵਿੱਚ ਪੜ੍ਹਦੇ ਸਟੂਡੈਂਟ ਨੇ ਉਹਨਾਂ ਨੂੰ ਈਜ਼ਲੀ ਅਵੇਲੇਬਲ ਨਹੀਂ ਹੈਗੇ ਆ। ਸੋ ਉਹਨਾਂ ਵਿੱਚ ਜਿਹੜਾ ਡਿਫਰੈਂਸ ਹੈ ਉਹਨੂੰ ਹੀ ਆਪਾਂ ਡਿਜੀਟਲ ਡਿਵਾਈਡ ਦਾ ਨਾਮ ਦਿੰਨੇ ਆ। ਸੋ ਇਹਦਾ ਜਵਾਬ ਕੀ ਹੋ ਗਿਆ ਜੀ? ਥਰਡ ਪ੍ਰਸ਼ਨ ਦਾ ਵੀ ਜਿਹੜਾ ਤੁਹਾਡਾ ਜਵਾਬ ਹੈਗਾ ਆਪਸ਼ਨ ਨੰਬਰ ਡੀ, ਇਹਦੇ ਤੇ ਤੁਸੀਂ ਟਿਕ ਲਗਾ ਦਿਓ। ਸੋ ਆਪਣੇ ਜਿਹੜੇ 3 ਪ੍ਰਸ਼ਨ ਹੈਗੇ ਆ ਜੀ ਉਹ ਤਾਂ ਹੋ ਗਏ ਆ ਕੰਪਲੀਟ। ਹੁਣ ਦੁਬਾਰਾ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਆ। ਇੱਥੇ ਲਿਖਿਆ ਹੋਇਆ 56% ਆਫ ਹਾਊਸਹੋਲਡਸ ਕਿ ਜਿਹੜੇ 56% ਘਰਾਂ ਦੇ ਜਿਹੜੇ ਲੋਕ ਨੇ ਵਿਦ ਚਿਲਡਰਨ ਐਨਰੋਲਡ ਇਨ ਗਵਰਨਮੈਂਟ ਸਕੂਲ ਹੈਵ ਸਮਾਰਟਫੋਨਸ। ਕਿ ਜਿਹੜੇ ਸਰਕਾਰੀ ਸਕੂਲਾਂ ਵਿੱਚ ਜਿਹੜੇ ਪੜ੍ਹਦੇ ਵਿਦਿਆਰਥੀ ਨੇ ਉਹਨਾਂ ਕੋਲ ਕਿੰਨੇ ਪ੍ਰਤੀਸ਼ਤ ਸਮਾਰਟਫੋਨ ਹੈਗੇ ਆ? 56% ਉਹਨਾਂ ਕੋਲ ਸਮਾਰਟਫੋਨ ਹੈਗੇ ਆ। ਤੇ ਜਿਹੜੇ ਲੋਕ ਨੇ ਕਿਹੜੇ ਲੋਕ ਜੀ? ਜਿਹੜੇ ਕਿ ਆਪਦੇ ਬੱਚਿਆਂ ਨੂੰ ਲਿਖਿਆ ਹੋਇਆ ਨਾ schools have smartphones while 74% of household who send their children to private school have smartphones। ਕਿ ਜਿਹੜੇ 74% ਜਿਹੜੇ ਲੋਕ ਨੇ ਜਿਹੜੇ ਕਿ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਦੇ ਨੇ ਉਹਨਾਂ ਕੋਲ ਸਮਾਰਟਫੋਨ ਹੈਗੇ ਆ। ਭਾਵ ਇਹ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਾਪਿਓ ਕੋਲ 56% ਹੀ ਸਮਾਰਟਫੋਨ ਹੈਗੇ ਆ, ਬਟ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਵਾਲੇ ਮਾਪਿਓ ਕੋਲ 74% ਮਾਪਿਓ ਕੋਲ ਸਮਾਰਟਫੋਨ ਹੈਗੇ ਆ। ਐਂਡ ਚੌਥਾ ਜਿਹੜਾ ਆਪਣਾ ਪੈਰਾ ਹੈਗਾ ਆ ਸਾਈਟਿੰਗ ਅਨਦਰ ਐਗਜ਼ਾਮਪਲ ਕਿ ਜਿਹੜਾ ਮੈਂਸ਼ਨ ਕਰ ਰਹੇ ਆਪਾਂ ਇੱਕ ਹੋਰ ਉਦਾਹਰਣ ਐਗਜ਼ਾਮਪਲ ਆਫ ਦ ਐਗਜ਼ਿਸਟਿੰਗ ਡਿਵਾਈਡ ਕਿ ਜਿਹੜਾ ਤੁਹਾਨੂੰ ਇੱਕ ਡਿਵਾਈਡ ਵੇਖਣ ਨੂੰ ਮਿਲ ਰਿਹਾ, ਜਿਹੜਾ ਕਿ ਤੁਹਾਨੂੰ ਡਿਫਰੈਂਸ ਵੇਖਣ ਨੂੰ ਮਿਲ ਰਿਹਾ। ਦ ਰਿਪੋਰਟ ਸੈਡ ਕਿ ਜਿਹੜੀ ਰਿਪੋਰਟ ਹੈਗੀ ਆ ਕੀ ਦੱਸ ਰਹੀ ਹੈ? ਰਿਪੋਰਟ ਸੈਡ ਚਿਲਡਰਨ ਇਨ ਪ੍ਰਾਈਵੇਟ ਸਕੂਲ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇ ਪ੍ਰਾਈਵੇਟ ਸਕੂਲ ਵਰ ਮਚ ਮੋਰ ਲਾਈਕਲੀ ਟੂ ਹੈਵ ਐਕਸੈਸਡ ਆਨਲਾਈਨ ਰਿਸੋਰਸਿਸ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਨੇ ਆਰ ਲਿਖਿਆ ਹੋਇਆ ਨਾ ਮਚ more likely to have accessed online resources ਕਿ ਜਿਹੜੇ ਸੰਸਾਧਨ ਹੈਗੇ ਆ ਜਿਹੜੇ ਸਾਧਨ ਹੈਗੇ ਆ ਪੜ੍ਹਨ ਦੇ ਉਹ ਤਾਂ ਪ੍ਰਾਈਵੇਟ ਬੱਚਿਆਂ ਨੂੰ ਬਹੁਤ ਹੀ ਈਜ਼ਲੀ ਅਵੇਲੇਬਲ ਹੈਗੇ ਆ, ਉਹ ਜ਼ਿਆਦਾ ਐਕਸਪਲੋਰ ਕਰ ਪਾ ਰਹੇ ਆ then the those in the government school। ਸੋ ਇਸ ਪੈਰੇ ਵਿੱਚ ਨਾ ਕਿਤੇ ਬੱਚਿਆਂ ਦੇ ਵਿੱਚ ਜਿਹੜਾ ਕੰਪੈਰੀਜ਼ਨ ਹੈਗਾ ਆ
ਪ੍ਰਾਈਵੇਟ ਸਕੂਲਾਂ ਤੇ ਗਵਰਨਮੈਂਟ ਸਕੂਲਾਂ ਵਿੱਚ ਉਹ ਕੀਤਾ ਜਾ ਰਿਹਾ। ਜਿਵੇਂ ਕਿ ਇਹਨਾਂ ਨੇ ਫਿਰ ਉਦਾਹਰਨ ਦਿੱਤੀ ਹੈ, ਫੋਰ ਐਗਜ਼ਾਮਪਲ 28.7% of children enrolled in private school had watched videos other pre-recorded content online as compared to government school student। ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਲਗਭਗ 28.7% ਜਿਹੜੇ ਬੱਚੇ ਹੈਗੇ ਸੀ ਉਹਨਾਂ ਨੇ ਜਿਹੜਾ ਆਨਲਾਈਨ ਕੰਟੈਂਟ ਪਿਆ, ਜਿਵੇਂ ਕਿ ਇੱਥੇ ਭਾਵੇਂ ਉਹ ਪ੍ਰੀ ਰਿਕਾਰਡਡ ਕਲਾਸਿਸ ਹੋਣ ਜਾਂ ਫਿਰ ਕੋਈ ਵੀਡੀਓਜ਼ ਹੋਣ, ਉਹਨਾਂ ਨੇ ਵੇਖਿਆ ਸੀਗਾ ਐਜ਼ ਕੰਪੇਅਰ ਟੂ ਸਰਕਾਰੀ ਸਕੂਲਾਂ ਦੇ। ਕਿ ਇੱਥੇ ਗੱਲ ਕੀਤੀ ਹੈ ਨਾ ਆਨਲਾਈਨ ਐਜ਼ ਕੰਪੇਅਰ ਟੂ ਗਵਰਨਮੈਂਟ ਸਕੂਲ ਸਟੂਡੈਂਟਸ, ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਜ਼ਿਆਦਾ ਕੰਟੈਂਟ ਵੇਖਦੇ ਆ ਬਟ ਸਰਕਾਰੀ ਸਕੂਲਾਂ ਦੇ ਨਹੀਂ ਵੇਖਦੇ। ਸੋ ਇਹਨਾਂ ਦੋਨਾਂ ਹੀ ਪੈਰਾਗ੍ਰਾਫ ਵਿੱਚ ਕੀ ਗੱਲ ਕੀਤੀ ਗਈ ਹੈ, ਇੱਥੇ ਪ੍ਰਾਈਵੇਟ ਗਵਰਨਮੈਂਟ ਬੱਚਿਆਂ ਦੀ ਗੱਲ ਕੀਤੀ ਗਈ ਹੈ, ਤੀਸਰੇ ਪੈਰਾਗ੍ਰਾਫ ਵਿੱਚ ਵੀ ਤੇ ਚੌਥੇ ਪੈਰਾਗ੍ਰਾਫ ਵਿੱਚ ਵੀ। ਐਂਡ ਆਪਣਾ ਜਿਹੜਾ ਚੌਥਾ ਕੁਐਸਚਨ ਸੀ ਧਿਆਨ ਨਾਲ ਵੇਖੋ ਕੀ ਲਿਖਿਆ ਹੋਇਆ, ਵਿਚ ਪੈਰਾਗ੍ਰਾਫ ਸ਼ੋਜ਼ ਦੈਟ private school student had better access to technology than government student। ਸੋ ਹੁਣੇ ਆਪਾਂ ਤੀਸਰਾ ਤੇ ਚੌਥਾ ਪੈਰਾਗ੍ਰਾਫ ਪੜ੍ਹਿਆ, ਧਿਆਨ ਨਾਲ ਵੇਖੋ। ਇੱਥੇ ਗੱਲ ਕੀਤੀ ਗਈ ਹੈ ਨਾ, ਇੱਥੇ ਵੀ ਗੱਲ ਕੀਤੀ ਗਈ ਸੀਗੀ ਕਿ 56% ਜਿਹੜੇ ਹਾਊਸ ਹੋਲਡ ਨੇ ਵਿਦ ਚਿਲਡਰਨ ਐਨਰੋਲਡ ਇਨ ਗਵਰਨਮੈਂਟ ਸਕੂਲ ਹੈਵ ਸਮਾਰਟਫੋਨ, ਕਿ ਜਦੋਂ 74% ਜਿਹੜੇ ਹਾਊਸ ਹੋਲਡ ਨੇ ਉਹ ਆਪਦੇ ਬੱਚਿਆਂ ਕੋਲ ਉਹਨਾਂ ਕੋਲ ਕਹਿ ਸਕਦੇ ਹਾਂ ਕਿ ਉਹ ਸਮਾਰਟਫੋਨ ਹੈਗੇ ਆ। ਸੋ ਤੀਸਰੇ ਪੈਰਾਗ੍ਰਾਫ ਵਿੱਚ ਤੇ ਚੌਥੇ ਪੈਰਾਗ੍ਰਾਫ ਵਿੱਚ ਪੈਰਾ ਜਿਹੜਾ ਹੈਗਾ ਆ ਇਹਨਾਂ ਦੋਨਾਂ ਵਿੱਚ ਹੀ ਜਿਹੜਾ ਕੰਪੈਰੀਜ਼ਨ ਹੈਗਾ ਆ ਉਹ ਕੀਤਾ ਗਿਆ ਬੱਚਿਆਂ ਦਾ। ਐਂਡ ਹੋ ਸਕਦਾ ਕਿ ਪੰਜਵੇਂ ਵਿੱਚ ਵੀ ਉਹਨਾਂ ਦਾ ਕੰਪੈਰੀਜ਼ਨ ਕੀਤਾ ਗਿਆ ਹੋਵੇ, ਬਟ ਜਦੋਂ ਤੁਸੀਂ ਇਹਨਾਂ ਆਪਸ਼ਨਾਂ ਨੂੰ ਧਿਆਨ ਨਾਲ ਵੇਖਦੇ ਹੋ, ਕਿਉਂਕਿ ਆਪਾਂ ਆਪਸ਼ਨਾਂ ਦੀ ਹੈਲਪ ਨਾਲ ਐਲੀਮੀਨੇਸ਼ਨ ਮੈਥਡ ਵੀ ਲਾਉਣਾ ਹੁੰਦਾ। ਸੋ ਇੱਥੇ ਆਪਸ਼ਨ ਨੰਬਰ ਸੀ ਵਿੱਚ ਸਿਰਫ ਪੈਰਾ ਨੰਬਰ 3 ਤੇ 4 ਦਿੱਤਾ ਹੋਇਆ, ਕਿਸੇ ਵੀ ਆਪਸ਼ਨ ਵਿੱਚ ਪੈਰਾ ਨੰਬਰ 5 ਤਾਂ ਦਿੱਤਾ ਹੀ ਨਹੀਂ ਹੋਇਆ। ਸੋ ਆਪਾਂ ਕੀ ਕਰਾਂਗੇ, ਆਪਸ਼ਨ ਨੰਬਰ ਸੀ ਨੂੰ ਕਰ ਦਾਂਗੇ ਟਿਕ। ਤੇ ਇਹ ਤੁਹਾਡੀ ਪ੍ਰੈਜ਼ੈਂਸ ਆਫ ਮਾਈਂਡ ਦਾ ਹੀ ਖੇਡ ਹੈ ਕਿ ਜੇਕਰ ਤੁਸੀਂ ਪੈਰਾਗ੍ਰਾਫ ਨੂੰ ਬੜੇ ਹੀ ਧਿਆਨ ਨਾਲ ਪੜ੍ਹਦੇ ਹੋ, ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਹੋ ਸਕਦਾ ਕਿ ਤੁਹਾਨੂੰ ਕੁਝ ਗੱਲਾਂ ਸਮਝ ਨਾ ਲੱਗ ਰਹੀਆਂ ਹੋਣ, ਤੁਹਾਨੂੰ ਲੱਗ ਰਿਹਾ ਹੋਵੇ ਕਿ ਮੈਂ ਕੁਝ ਜ਼ਿਆਦਾ ਹੀ ਛੇਤੀ ਦੱਸ ਰਿਹਾ, ਬਟ ਹੌਲੀ ਹੌਲੀ ਜਦੋਂ ਤੁਸੀਂ ਇਹਨਾਂ ਕਲਾਸਿਸ ਨੂੰ ਰੈਗੂਲਰ ਬੇਸਿਸ ਤੇ ਵੇਖਣਾ ਸ਼ੁਰੂ ਕਰੋਗੇ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਬੜੇ ਹੀ ਸਿੰਪਲ ਲੱਗਣ ਲੱਗ ਜਾਣਗੀਆਂ, ਕਿਉਂਕਿ ਅੰਗਰੇਜ਼ੀ ਦਾ ਵਿਸ਼ਾ ਇੰਨਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ। ਇੱਕ ਵਾਰ ਆਪਾਂ ਜਿਹੜਾ ਪੰਜਵਾਂ ਪ੍ਰਸ਼ਨ ਸੀਗਾ ਇਹਨੂੰ ਵੀ ਵੇਖ ਲੈਂਦੇ ਹਾਂ ਕਿ ਪੈਰਾਗ੍ਰਾਫ 5 ਦੀ ਗੱਲ ਕੀਤੀ ਗਈ ਹੈ, ਵਿਚ ਆਫ ਦਾ ਫੋਲੋਇੰਗ ਪੀਸ ਆਫ ਇਨਫੋਰਮੇਸ਼ਨ ਇਜ਼ ਨਾਟ ਸਪੋਰਟਡ ਬਾਈ ਐਵੀਡੈਂਸ ਇਨ ਪੈਰਾ 5, ਕਿ ਇਹੋ ਜਿਹੀ ਕਿਹੜੀ ਗੱਲ ਗਲਤ ਲਿਖੀ ਹੋਈ ਹੈ, ਸਿੱਧਾ ਉਹਨਾਂ ਨੇ ਇਹ ਪੁੱਛਿਆ। ਸੋ ਇੱਕ ਵਾਰ ਆਪਾਂ ਪੈਰਾ ਪਹਿਲਾਂ ਪੰਜਵਾਂ ਪੜ੍ਹ ਹੀ ਲੈਂਦੇ ਹਾਂ, ਲਾਸਟ ਪੈਰਾਗ੍ਰਾਫ ਰਹਿ ਵੀ ਗਿਆ ਵੈਸੇ ਆਪਣਾ, ਪੈਰਾਗ੍ਰਾਫ ਤਾਂ ਨਹੀਂ ਮਤਲਬ ਕਿ ਜਿਹੜਾ ਪੈਰਾ ਰਹਿ ਗਿਆ, ਲਿਖਿਆ ਹੋਇਆ ਐਕਸੈਸ ਟੂ ਲਰਨਿੰਗ ਮਟੀਰੀਅਲ ਐਂਡ ਐਕਟੀਵਿਟੀਜ਼ need attention as only 33.5% of government school children ਗੱਲ ਕੀਤੀ ਗਈ ਹੈ received material or activities as compared to 40.6% of children in private school। ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਕੀ ਲਿਖਿਆ ਹੋਇਆ, ਐਕਸੈਸ ਟੂ ਲਰਨਿੰਗ ਮਟੀਰੀਅਲਸ, ਕਿ ਜਿਹੜੀ ਚੀਜ਼ਾਂ ਹੈਗੀਆਂ ਨੇ ਪੜ੍ਹਨ ਵਾਲੀਆਂ, ਉਹਦੇ ਵਿੱਚ ਕਿਤਾਬਾਂ ਹੋ ਸਕਦੀਆਂ ਨੇ, ਡਿਜੀਟਲ ਕੰਟੈਂਟ ਵੀ ਹੋ ਸਕਦਾ। ਸੋ ਬੇਸਿਕਲੀ ਇਹਨਾਂ ਨੇ ਕਿਹਾ ਲਰਨਿੰਗ ਮਟੀਰੀਅਲ ਦੀ ਗੱਲ ਕੀਤੀ ਹੈ ਕਿ ਜਿਹੜਾ ਲਰਨਿੰਗ ਮਟੀਰੀਅਲ ਹੈਗਾ ਆ ਐਕਸੈਸ ਦੇ ਵਿੱਚ ਉਹ ਕਿਹਨੂੰ ਮਿਲ ਰਿਹਾ, ਐਂਡ ਐਕਟੀਵਿਟੀਜ਼ ਨੀਡ ਅਟੈਂਸ਼ਨ ਐਜ਼ ਓਨਲੀ, ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਸਿਰਫ 33.5% ਮਿਲਦਾ। ਇਸ ਡਾਟੇ ਨੂੰ ਧਿਆਨ ਨਾਲ ਵੇਖਿਓ, ਸਮਝਿਓ ਵੀ, ਕਿਉਂਕਿ ਤੁਸੀਂ ਜਦੋਂ ਡਾਟੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰਤਾ ਤੇ ਤੁਸੀਂ ਨਾ ਜਿਹੜਾ ਪੈਰਾਗ੍ਰਾਫ ਹੋਊਗਾ ਬੜੇ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦੋਗੇ। 33.5% ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਲਰਨਿੰਗ ਮਟੀਰੀਅਲ ਐਂਡ ਐਕਟੀਵਿਟੀਜ਼ ਕਹਿ ਸਕਦੇ ਹਾਂ ਕਿ ਕਰਵਾਈਆਂ ਜਾਂਦੀਆਂ ਨੇ, ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ 40.6%, ਲਗਭਗ ਕਹਿ ਸਕਦੇ ਹਾਂ ਕਿ 7% ਜ਼ਿਆਦਾ ਆ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ। ਸੋ ਇਹ ਵੀ ਇੱਥੇ ਗੱਲ ਕੀਤੀ ਗਈ ਹੈ। ਇਨਫੈਕਟ ਇਨ ਸਟੇਟਸ, ਸੋ ਇੱਕ ਕੁਐਸਚਨ ਨਾ ਆਪਣੇ ਸਟੇਟ ਵਾਲਾ ਵੀ ਹੈਗਾ ਸੀ ਕਿ ਇਨਫੈਕਟ ਇਨ ਸਟੇਟਸ ਲਾਈਕ ਰਾਜਸਥਾਨ, ਕਿ ਰਾਜਸਥਾਨ ਵਿੱਚ ਸਾਰਿਆਂ ਨਾਲੋਂ ਵੱਧ, ਮਤਲਬ ਇਹਨਾਂ ਵਿੱਚੋਂ ਤਾਂ ਸਾਰਿਆਂ ਨਾਲੋਂ ਘੱਟ ਹੈ, ਬਟ ਵੈਸੇ ਜੇ ਆਪਾਂ ਗੱਲ ਕਰੀਏ ਬਾਕੀ ਸਟੇਟਾਂ ਦੀ ਕੰਪੈਰੀਜ਼ਨ ਤਾਂ ਘੱਟ ਹੈ, ਬਟ ਰਾਜਸਥਾਨ ਵਰਗੀ ਸਟੇਟ ਵਿੱਚ ਸਿਰਫ 21.5%, ਯੂਪੀ ਵਿੱਚ 21%, ਭਾਵ ਕਿ ਰਾਜਸਥਾਨ ਤੋਂ ਬਾਅਦ ਯੂਪੀ ਤੋਂ ਬਾਅਦ ਸਭ ਤੋਂ ਘੱਟ ਵੇਖੋ 7.7% ਲੈਸ ਐਜ਼ ਕੁਆਰਟਰ ਆਫ ਆਲ ਚਿਲਡਰਨ ਹੈਡ ਰਿਸੀਵਡ ਐਨੀ ਮਟੀਰੀਅਲ, ਕਿ ਜਿਹੜਾ ਇਹੋ ਜਿਹਾ ਲਰਨਿੰਗ ਮਟੀਰੀਅਲ ਹੈਗਾ ਆ ਉਹ ਇਹਨਾਂ ਸਟੇਟਾਂ ਵਿੱਚ ਬਹੁਤ ਘੱਟ ਮਿਲਦਾ, ਭਾਵ ਕਿ ਕੁਆਟਰ ਤੋਂ ਵੀ ਘੱਟ ਮਿਲਦਾ। ਕੁਆਟਰ ਦਾ ਕੀ ਮਤਲਬ ਹੈ ਜੀ, ਕੁਆਟਰ ਦਾ ਮਤਲਬ ਹੁੰਦਾ ਹੈ ਜੀ ਫੋਰਥ ਭਾਗ। ਜੇਕਰ ਆਪਾਂ ਤੁਸੀਂ 100 ਦਾ ਤੁਸੀਂ ਚੌਥਾ ਭਾਗ ਕੱਢਦੇ ਹੋ ਤੇ ਉਹ ਕਿੰਨਾ ਬਣ ਗਿਆ, 25 ਦਾ 25 ਬਣ ਗਿਆ ਨਾ। ਸੋ ਮਤਲਬ ਇਹ ਕਿ
ਇਹ ਵੇਖ ਲਓ 3 ਸਟੇਟਾਂ ਰਾਜਸਥਾਨ, ਯੂਪੀ ਤੇ ਬਿਹਾਰ, ਇਹਨਾਂ ਤਿੰਨਾਂ ਦਾ 25% ਤੋਂ ਵੀ ਘੱਟ ਹੈਗਾ ਆ ਜਿਹੜਾ ਕਿ ਇੰਨੇ ਪ੍ਰਤੀਸ਼ਤ ਬੱਚਿਆਂ ਨੂੰ ਲਰਨਿੰਗ ਮਟੀਰੀਅਲ ਨਹੀਂ ਮਿਲ ਰਿਹਾ। ਭਾਵ ਇਹ ਕਿ ਸਿਰਫ 21.5% ਬੱਚਿਆਂ ਨੂੰ, 21% ਬੱਚਿਆਂ ਨੂੰ, ਬਿਹਾਰ ਵਿੱਚ 7.7% ਬੱਚਿਆਂ ਨੂੰ, ਸਿਰਫ ਇੰਨੇ ਪ੍ਰਤੀਸ਼ਤ ਬੱਚਿਆਂ ਨੂੰ ਹੀ ਕਹਿ ਸਕਦੇ ਹਾਂ ਕਿ ਕੋਈ ਮਟੀਰੀਅਲ ਮਿਲ ਰਿਹਾ। ਸਟੱਡੀ ਮਟੀਰੀਅਲ ਦੀ ਗੱਲ ਕੀਤੀ ਜਾ ਰਹੀ ਹੈ, ਲਰਨਿੰਗ ਮਟੀਰੀਅਲ ਦੀ ਗੱਲ ਕੀਤੀ ਜਾ ਰਹੀ ਹੈ। ਤੇ ਇੱਥੇ ਵੇਖੋ ਆਪਣੇ ਕੁਐਸਚਨ ਵਿੱਚ ਵੀ WhatsApp ਹੈਗਾ ਸੀ। WhatsApp emerged as the most preferred medium via which the children got material activities ਕਿ WhatsApp ਇੱਕ ਬਹੁਤ ਹੀ ਕਹਿ ਸਕਦੇ ਹਾਂ ਇੱਕ ਇੰਪੋਰਟੈਂਟ ਚੀਜ਼ ਉੱਭਰ ਕੇ ਆਈ ਹੈ ਜਿਹਦੇ ਥਰੂ ਇਹ ਸਾਰਾ ਹੀ ਜਿਹੜਾ ਲਰਨਿੰਗ ਮਟੀਰੀਅਲ ਹੈਗਾ ਆ ਉਹ ਸ਼ੇਅਰ ਕੀਤਾ ਜਾਂਦਾ ਸੀ, ਕਿਉਂਕਿ PDF ਫਾਰਮ ਦੇ ਵਿੱਚ ਵੀ ਆਪਾਂ ਨੂੰ ਸਟੱਡੀ ਮਟੀਰੀਅਲ ਜਦੋਂ ਸ਼ੇਅਰ ਕੀਤਾ ਜਾਂਦਾ ਸੀਗਾ ਉਹ ਮੇਨਲੀ WhatsApp ਦੇ ਥਰੂ ਹੀ ਸ਼ੇਅਰ ਕੀਤਾ ਜਾਂਦਾ ਸੀ। ਠੀਕ ਹੈ ਜੀ। ਸੋ ਇੱਕ ਵਾਰ ਆਪਾਂ ਉਸ ਪ੍ਰਸ਼ਨ ਨੂੰ ਦੁਬਾਰਾ ਵੇਖ ਲੈਂਦੇ ਹਾਂ ਕਿ ਆਪਣਾ ਜਿਹੜਾ ਸਹੀ ਜਵਾਬ ਹੈ ਕੀ ਹੋਊਗਾ। ਕੀ ਲਿਖਿਆ ਹੋਇਆ ਆਪਸ਼ਨ ਨੰਬਰ A ਨੂੰ ਵੇਖੋ ਐਂਡ ਕੁਐਸਚਨ ਨੂੰ ਮੈਂ ਇੱਕ ਵਾਰ ਦੁਬਾਰਾ ਪੜ੍ਹ ਕੇ ਦੱਸਦਾ। ਵਿਚ ਆਫ ਦਾ ਫੋਲੋਇੰਗ ਪੀਸ ਆਫ ਇਨਫੋਰਮੇਸ਼ਨ ਇਜ਼ ਨਾਟ ਸਪੋਰਟਡ ਬਾਈ ਐਵੀਡੈਂਸ। ਭਾਵ ਇਹ ਕਿ ਪੈਰਾ ਹੁਣੇ 5 ਆਪਾਂ ਪੜ੍ਹ ਕੇ ਆਏ ਸੀ, ਇੱਥੇ ਲਿਖਿਆ ਹੋਇਆ ਨਾਟ, ਮਤਲਬ ਇਹ ਕਿ ਇਸ ਪੈਰਾਗ੍ਰਾਫ ਵਿੱਚ 3 ਗੱਲਾਂ ਤਾਂ ਹੋਣਗੀਆਂ ਸਹੀ ਤੇ ਇੱਕ ਗੱਲ ਲਿਖੀ ਹੋਊਗੀ ਗਲਤ। ਪਹਿਲੇ ਹੀ ਆਪਸ਼ਨ ਵੇਖੋ, ਪ੍ਰਾਈਵੇਟ ਸਕੂਲ ਸਟੂਡੈਂਟ ਹੈਡ ਬੈਟਰ ਐਕਸੈਸ ਟੂ ਸਮਾਰਟਫੋਨਸ ਦੈਨ ਸਟੂਡੈਂਟ ਫਰੋਮ ਗਵਰਨਮੈਂਟ ਸਕੂਲ। ਇਹ ਗੱਲ ਤਾਂ ਮਤਲਬ ਠੀਕ ਲਿਖੀ ਹੋਈ ਹੈ ਨਾ ਕਿ ਆਪਾਂ ਜਿੰਨਾ ਵੀ ਪੈਰਾਗ੍ਰਾਫ ਪੜ੍ਹਿਆ, ਕੰਪਰੀਹੈਂਸ਼ਨ ਪੜ੍ਹਿਆ, ਆਪਾਂ ਨੂੰ ਇਹ ਗੱਲ ਤਾਂ ਕਲੀਅਰ ਹੋਗੀ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਹੈਡ ਬੈਟਰ ਐਕਸੈਸ, ਕਿ ਉਹਨਾਂ ਕੋਲ ਬੈਟਰ ਐਕਸੈਸ ਹੈਗਾ ਆ ਸਮਾਰਟਫੋਨ ਦਾ। ਠੀਕ ਹੈ ਜੀ, ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਜਵਾਕ ਹੈਗੇ ਨੇ ਉਹਨਾਂ ਕੋਲ ਜਿਹੜੇ ਸਮਾਰਟਫੋਨਸ ਨੇ ਉਹ ਈਜ਼ੀਲੀ ਅਵੇਲੇਬਲ ਨੇ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਗਵਰਨਮੈਂਟ ਸਕੂਲਾਂ ਦੇ ਬੱਚਿਆਂ ਨੂੰ। ਸੋ ਇਹ ਜਵਾਬ ਤਾਂ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਲਿਖੀ ਹੋਈ ਆ ਇਹ ਪੈਰਾ 5 ਵਿੱਚ ਲਿਖੀ ਹੋਈ ਆ ਤੇ ਆਪਣੇ ਇਸ ਪੈਰਾ ਵਿੱਚ ਇਸ ਕੁਐਸਚਨ ਵਿੱਚ ਤਾਂ ਲਿਖਿਆ ਹੋਇਆ ਨਾਟ, ਕਿਹੜੀ ਗੱਲ ਉੱਥੇ ਨਹੀਂ ਲਿਖੀ ਹੋਈ। ਵੇਖੋ, ਮੋਰ ਸਟੂਡੈਂਟ ਫਰੋਮ ਯੂਪੀ ਦੈਨ ਰਾਜਸਥਾਨ ਰਿਸੀਵਡ ਮਟੀਰੀਅਲ ਔਰ ਐਕਟੀਵਿਟੀਜ਼, ਕਿ ਜਿਹੜੇ ਸਟੂਡੈਂਟ ਨੇ ਕਿੱਥੋਂ ਦੇ, ਯੂਪੀ ਦੇ, ਉਹਨਾਂ ਨੂੰ ਜ਼ਿਆਦਾ ਮਟੀਰੀਅਲ ਮਿਲਦਾ ਆ ਜਦੋਂ ਤੁਸੀਂ ਰਾਜਸਥਾਨ ਦੇ ਬੱਚਿਆਂ ਨਾਲ ਕੰਪੈਰੀਜ਼ਨ ਕਰਦੇ ਆ। ਇੱਕ ਵਾਰ ਪੈਰਾਗ੍ਰਾਫ ਤੇ ਦੁਬਾਰਾ ਪੜ੍ਹਦੇ ਆ। ਸਟੇਟਮੈਂਟ ਕਹਿ ਰਹੀ ਆ, ਆਪਸ਼ਨ ਤਾਂ ਇਹ ਕਹਿ ਰਿਹਾ ਕਿ ਜਿਹੜੇ ਬੱਚੇ ਹੈਗੇ ਆ ਕਿੱਥੋਂ ਦੇ, ਯੂਪੀ ਦੇ ਬੱਚੇ, ਯੂਪੀ ਦੇ ਬੱਚਿਆਂ ਨੂੰ ਰਾਜਸਥਾਨ ਦੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਮਟੀਰੀਅਲ ਮਿਲਦਾ ਆ ਯੂਪੀ ਦੇ ਬੱਚਿਆਂ ਨੂੰ। ਬਟ ਜਦੋਂ ਆਪਾਂ ਇਹਦੇ ਵਿੱਚ ਪੜ੍ਹਦੇ ਆ, ਇਹਦੇ ਵਿੱਚ ਕੀ ਲਿਖਿਆ ਹੋਇਆ, ਇਹਦੇ ਵਿੱਚ ਤਾਂ ਇਹ ਲਿਖਿਆ ਹੋਇਆ ਕਿ ਜਿਹੜੇ ਰਾਜਸਥਾਨ ਦੇ ਬੱਚੇ ਨੇ, ਰਾਜਸਥਾਨ ਦੇ ਬੱਚਿਆਂ ਨੂੰ ਜ਼ਿਆਦਾ ਮਿਲਦਾ ਆ 21.5 ਜੇਕਰ ਰਾਜਸਥਾਨ ਦਾ ਤੇ ਯੂਪੀ ਦਾ 21 ਆ, ਭਾਵ ਕਿ 0.5% ਦਾ ਦੋਨਾਂ ਵਿੱਚ ਡਿਫਰੈਂਸ ਹੈ ਤੇ ਕੁਐਸਚਨ ਦੀ ਜਿਹੜੀ ਸਟੇਟਮੈਂਟ ਹੈਗੀ ਆ ਉਹ ਹੋਗੀ ਗਲਤ। ਕੀ ਲਿਖਿਆ ਸੀਗਾ ਇੱਥੇ ਤਾਂ ਇਹੀ ਲਿਖਿਆ ਹੋਇਆ ਨਾ ਕਿ ਮੋਰ ਸਟੂਡੈਂਟ ਫਰੋਮ ਯੂਪੀ, ਬਟ ਉੱਥੇ ਤਾਂ ਰਾਜਸਥਾਨ ਹੈਗਾ ਸੀ, ਇਹਨਾਂ ਵਿੱਚ 0.5 ਦਾ ਡਿਫਰੈਂਸ ਹੈ। ਸੋ ਇਹ ਸਟੇਟਮੈਂਟ ਤਾਂ ਹੋਗੀ ਗਲਤ, ਵੀ ਸਟੇਟਮੈਂਟ ਹੋਗੀ ਗਲਤ। ਫਿਲਹਾਲ ਆਪਣਾ ਜਵਾਬ A ਹੋਗਾ ਸਹੀ, ਬਟ ਫਿਰ ਵੀ ਆਪਾਂ ਤੁਹਾਡੀ ਤਸੱਲੀ ਲਈ ਆਪਸ਼ਨ ਨੰਬਰ C ਤੇ D ਨੂੰ ਵੀ ਵੇਖਦੇ ਹਾਂ ਕਿੱਥੇ ਲਿਖੀਆਂ ਹੋਈਆਂ ਇਹ ਚੀਜ਼ਾਂ। ਇਹਦੇ ਵਿੱਚ ਲਿਖਿਆ ਹੋਇਆ ਕਿ ਬਿਹਾਰ ਰਿਸੀਵ ਲੈਸ ਮਟੀਰੀਅਲ ਐਂਡ ਐਕਟੀਵਿਟੀਜ਼ ਐਜ਼ ਕੰਪੇਅਰ ਟੂ ਰਾਜਸਥਾਨ ਐਂਡ ਯੂਪੀ। ਤੇ ਜਦੋਂ ਆਪਾਂ ਬਿਹਾਰ ਦੀ ਗੱਲ ਕਰਦੇ ਹਾਂ ਕਿ ਇਹ ਕਹਿ ਰਿਹਾ ਕਿ ਇਹਨਾਂ ਨੂੰ ਸਭ ਤੋਂ ਘੱਟ ਲਰਨਿੰਗ ਮਟੀਰੀਅਲ ਮਿਲਦਾ ਆ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਆ ਰਾਜਸਥਾਨ ਐਂਡ ਯੂਪੀ ਨਾਲ। ਜਦੋਂ ਤੁਸੀਂ ਪੈਰਾਗ੍ਰਾਫ ਤੇ ਦੁਬਾਰਾ ਆਉਂਦੇ ਹੋ, ਇੱਥੇ ਲਿਖਿਆ ਹੋਇਆ ਨਾ ਕਿ ਬਿਹਾਰ ਨੂੰ ਸਿਰਫ 7.7% ਮਿਲਦਾ ਆ ਤੇ ਜਿਹੜੇ ਯੂਪੀ ਐਂਡ ਰਾਜਸਥਾਨ ਨੂੰ ਆ ਉਹਨਾਂ ਨੂੰ ਬਿਹਾਰ ਤੋਂ ਜ਼ਿਆਦਾ ਮਿਲਦਾ। ਸੋ ਇਹ ਗੱਲ ਵੀ ਇੱਥੇ ਇਹਨਾਂ ਨੇ ਠੀਕ ਲਿਖੀ ਆ, ਮਤਲਬ ਕਿ ਇਹ ਜਵਾਬ ਤਾਂ ਨਹੀਂ ਹੋਊਗਾ ਕਿਉਂਕਿ ਇਹ ਪੈਰਾਗ੍ਰਾਫ ਵਿੱਚ ਗੱਲ ਲਿਖੀ ਹੋਈ ਹੈ। WhatsApp was instrumental in supplying study material to student। ਇਹ ਸਭ ਤੋਂ ਲਾਸਟ ਲਾਈਨ ਹੀ ਲਿਖੀ ਹੋਈ ਸੀਗੀ। ਵੇਖੋ ਤੁਸੀਂ WhatsApp emerged as the most preferred medium via which the children got material activities। ਸੋ ਤੁਸੀਂ ਇਸ ਪ੍ਰਸ਼ਨ ਨੂੰ ਧਿਆਨ ਨਾਲ ਕਰ ਲਿਆ ਹੋਊਗਾ ਕਿ ਇਹਦਾ ਜਿਹੜਾ ਸਹੀ ਜਵਾਬ ਹੈਗਾ ਕੀ ਹੋਊਗਾ ਕਿ more student from UP than Rajasthan received material or activities। ਸੋ ਆਪਸ਼ਨ ਨੰਬਰ ਜਿਹੜਾ B ਹੈ ਇਹ ਤੁਹਾਡਾ ਬਿਲਕੁਲ ਹੀ ਜਵਾਬ ਸਹੀ ਹੈ। ਹੁਣ ਕੁਝ ਵੋਕੈਬਲਰੀ ਬੇਸਡ ਪ੍ਰਸ਼ਨ ਨੇ। ਕੀ ਲਿਖਿਆ ਸੀਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਮੋਸਟ ਸਿਮਿਲਰ ਇਨ ਦ ਮੀਨਿੰਗ ਟੂ ਦ ਵਰਡ ਡੈਮੋਨਸਟ੍ਰੇਟਡ ਐਜ਼ ਦ ਯੂਜ਼ਡ ਇਨ ਪੈਸੇਜ ਪੈਰਾ 2। ਪਹਿਲਾਂ ਤਾਂ ਆਪਾਂ ਜਿਹੜਾ ਡੈਮੋਨਸਟ੍ਰੇਟਡ ਵਰਡ ਸੀਗਾ ਉਹ ਵੇਖ ਲੈਂਦੇ ਆ। ਪੈਰਾ 2 ਦੇ ਵਿੱਚ ਆ ਵੇਖੋ ਜਿਹੜਾ ਡੈਮੋਨਸਟ੍ਰੇਟਡ ਵਰਡ ਆਇਆ ਸੀ, ਵੇਖੋ ਇੱਥੇ ਆ ਹੈਗਾ ਜੀ ਪੈਰਾ 2। ਇੱਥੇ ਮੈਂ ਥੋੜਾ ਜਿਹਾ ਡਾਰਕ ਕਰਤਾ, ਇਹਦੇ ਵਿੱਚ ਡੈਮੋਨਸਟ੍ਰੇਟਿਵ ਜਿਹੜਾ ਵਰਡ ਹੈਗਾ ਆ ਇੱਕ ਵਾਰ ਮੈਨੂੰ ਥੋੜਾ ਜਿਹਾ ਹੋਰ ਡਾਰਕ ਕਰ ਦਿੰਨਾ। ਤੁਸੀਂ ਵੇਖੋ ਆ ਜਿਹੜਾ ਡੈਮੋਨਸਟ੍ਰੇਟਡ ਵਰਡ ਹੈਗਾ ਆ ਇਹ ਇੱਥੇ ਆਇਆ ਹੋਇਆ। ਸੋ ਇੱਥੇ ਕੀ ਲਿਖਿਆ ਹੋਇਆ, ਦਾ ਡਾਟਾ ਡੈਮੋਨਸਟ੍ਰੇਟਡ, ਕੀ ਵਿਖਾਉਂਦਾ ਆ। ਜਦੋਂ ਆਪਾਂ ਇਸ ਸੈਂਟੈਂਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਦਾ ਡਾਟਾ ਡੈਮੋਨਸਟ੍ਰੇਟਡ, ਕਿ ਜਿਹੜਾ ਡਾਟਾ ਵਿਖਾਇਆ ਗਿਆ ਆਪਾਂ ਵੇਖ ਸਕਦੇ ਹਾਂ। ਸੋ ਇੱਥੇ ਵੇਖੋ, ਇੱਥੇ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦਾ ਕੀ ਮਤਲਬ ਹੋਊਗਾ ਕਿ ਕੀ ਪ੍ਰੋਵਾਈਡ ਕਰਵਾਇਆ ਗਿਆ, ਮਤਲਬ ਇਹਦਾ ਸਿਮਿਲਰ ਮੀਨਿੰਗ ਕੀ ਹੋਊਗਾ, ਸ਼ੋਡ, ਕਲੈਰੀਫਾਈਡ,
ਅੰਡਰਲਾਈਨ ਤਾਂ ਜਦੋਂ ਆਪਾਂ ਕਿਸੇ ਗੱਲ ਨੂੰ ਥੋੜਾ ਜਿਹਾ ਫੋਕਸ ਕਰਨਾ ਹੁੰਦਾ ਜਾਂ ਫਿਰ ਆਪਾਂ ਅੰਡਰਲਾਈਨ ਕਰ ਦਿੰਨੇ ਆ। ਕਲੈਰੀਫਾਈਡ ਜਦੋਂ ਆਪਾਂ ਕਿਸੇ ਗੱਲ ਨੂੰ ਕਲੀਅਰ ਤਰੀਕੇ ਨਾਲ ਕਰ ਦਿੰਨੇ ਆ। ਐਂਡ ਆਪਣਾ ਜਿਹੜਾ ਸਹੀ ਜਵਾਬ ਹੋਊਗਾ ਜੀ ਸ਼ੋਡ ਹੋਊਗਾ, ਮਤਲਬ ਕਿ ਵਿਖਾਇਆ ਗਿਆ, ਡੈਮੋਨਸਟ੍ਰੇਟਡ ਦਾ ਜਿਹੜਾ ਵਰਡ ਹੈਗਾ ਆ। ਵੋਕੈਬਲਰੀ ਬੇਸਡ ਪ੍ਰਸ਼ਨ ਹੈਗਾ ਜੀ। ਸੋ ਤੁਸੀਂ ਇਹ ਨਾ ਸੋਚਿਓ ਕਿ ਜੇਕਰ ਤੁਹਾਨੂੰ ਇਹ ਪ੍ਰਸ਼ਨ ਨਹੀਂ ਆ ਰਿਹਾ ਤੇ ਤੁਹਾਡੇ ਵਿੱਚ ਕੋਈ ਕਮੀ ਹੈਗੀ ਆ, ਬਿਲਕੁਲ ਨਾ ਸੋਚਿਓ। ਅੰਗਰੇਜ਼ੀ ਦਾ ਜਿਹੜਾ ਵਿਸ਼ਾ ਹੈਗਾ ਨਾ ਉਹ ਤੁਹਾਨੂੰ ਹੌਲੀ ਹੌਲੀ ਹੀ ਆਊਗਾ, ਇਸੇ ਤਰ੍ਹਾਂ ਹੀ ਤੁਹਾਨੂੰ ਰੋਜ਼ ਪ੍ਰੈਕਟਿਸ ਕਰਨੀ ਪਊਗੀ। ਬਿਲਕੁਲ ਨਾ ਸੋਚਿਓ ਕਿ ਤੁਸੀਂ ਇੱਕ ਦਿਨ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਪੇਪਰ ਤੋਂ ਪਹਿਲਾਂ ਆਪਾਂ ਰੋਜ਼ ਹੀ ਇੱਕ ਪੈਰਾਗ੍ਰਾਫ ਸੋਲਵ ਕਰਿਆ ਕਰਾਂਗੇ, ਹੌਲੀ ਹੌਲੀ ਤੁਹਾਡੀ ਅੰਗਰੇਜ਼ੀ ਇੰਪਰੂਵ ਹੋਣੀ ਸ਼ੁਰੂ ਹੋ ਜਾਊਗੀ। ਹੋ ਸਕਦਾ ਕੁਝ ਸਾਥੀ ਕਹਿ ਰਹੇ ਹੋਣ ਕਿ ਸਰ ਇਹ ਤਾਂ ਇੰਨਾ ਸੌਖਾ ਸੀਗਾ, ਤੁਸੀਂ ਐਵੇਂ ਇੰਨਾ ਮੱਥਾ ਮਾਰ ਰਹੇ ਹੋ। ਦੋਸਤੋ ਇਹੋ ਜਿਹੀ ਗੱਲ ਨਹੀਂ ਹੁੰਦੀ। ਕੁਝ ਆਪਣੇ ਸਾਥੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਤੋਂ ਚੀਜ਼ਾਂ ਪੜ੍ਹਨ ਦੀ ਲੋੜ ਹੁੰਦੀ ਹੈ ਐਂਡ ਉਹਨਾਂ ਨੂੰ ਇਹ ਚੀਜ਼ਾਂ ਔਖੀਆਂ ਲੱਗ ਰਹੀਆਂ ਹੋਣਗੀਆਂ। ਹੋ ਸਕਦਾ ਕੁਝ ਸਾਥੀਆਂ ਨੂੰ ਸੌਖਾ ਲੱਗ ਰਿਹਾ ਹੋਵੇ ਬਟ ਕੁਝ ਆਪਣੇ ਸਾਥੀਆਂ ਨੂੰ ਚੀਜ਼ਾਂ ਔਖੀਆਂ ਵੀ ਲੱਗ ਰਹੀਆਂ ਹੋਣਗੀਆਂ। ਸੋ ਇੱਥੇ ਤੋਂ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰ ਲਓ ਟਿਕ। ਤੇ ਆਪਾਂ ਅਗਲਾ ਪ੍ਰਸ਼ਨ ਵੇਖਦੇ ਹਾਂ, ਜਿਹਦੇ ਵਿੱਚ ਤੁਸੀਂ ਕੀ ਕਰਨਾ ਆ, ਵਿਚ ਆਫ ਦਾ ਫੋਲੋਇੰਗ ਵਰਡ is the most opposite in meaning to the word preferred as used in the passage para 5 ਕਿ para 5 ਨੂੰ ਆਪਾਂ ਇੱਕ ਵਾਰ ਵੇਖ ਲੈਂਦੇ ਆ। ਸੋ preferred ਜਿਹੜਾ ਵਰਡ ਹੈਗਾ ਆ ਇਹ ਲਾਸਟ ਤੇ ਦਿੱਤਾ ਹੋਇਆ। ਤੁਸੀਂ ਵੇਖੋ ਆ ਜਿਹੜੀ ਆਪਣੀ ਲਾਸਟ ਲਾਈਨ ਹੈਗੀ ਆ ਨਾ, ਮੈਂ ਇੱਕ ਵਾਰ ਇਹਨੂੰ ਅੰਡਰਲਾਈਨ ਕਰ ਰਿਹਾ, ਤੁਸੀਂ ਵੇਖ ਸਕਦੇ ਹੋ preferred ਨੂੰ ਮੈਂ ਇੱਕ ਵਾਰ ਕੁਝ ਜ਼ਿਆਦਾ ਹੀ ਡਾਰਕ ਜਿਹਾ ਕਰ ਰਿਹਾ। ਇਹ ਤੁਸੀਂ ਵੇਖੋ ਇਹ ਜਿਹੜਾ ਇੱਥੇ ਲਾਈਨ ਲਿਖਿਆ ਹੋਇਆ, ਕੀ ਲਿਖਿਆ ਹੋਇਆ, WhatsApp emerged as the most preferred medium, ਮਤਲਬ ਕਿ ਕਿਸੇ ਚੀਜ਼ ਨੂੰ ਤਰਜੀਹ ਦੇਣੀ ਜਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਾਇੋਰਟੀ ਦਿੰਨੇ ਆ ਜਦੋਂ ਆਪਾਂ ਕਿਸੇ ਚੀਜ਼ ਨੂੰ। ਸੋ ਇੱਥੇ ਜਵਾਬ ਕੀ ਹੋਊਗਾ, ਡਿਸਲਾਈਕਡ ਹੋਊਗਾ, ਰਿਜੈਕਟਡ ਹੋਊਗਾ, ਇਗਨਾਈਟਡ ਹੋਊਗਾ ਜਾਂ ਫਿਰ ਰਿਕੁਆਇਰਡ ਹੋਊਗਾ। ਤੇ ਇਸ ਗੱਲ ਦਾ ਧਿਆਨ ਰੱਖਿਓ, ਇਹਨਾਂ ਨੇ ਕਿਹਾ ਆ ਆਪੋਜ਼ਿਟ ਵਰਡ। ਜਿਵੇਂ ਕਿ ਕਈ ਵਾਰ ਆਪਾਂ ਪੁੱਛਦੇ ਆ ਨਾ, ਜਦੋਂ ਆਪਾਂ ਚਾਹ ਕੌਫੀ ਲਈ ਜਾਂਦੇ ਆ, ਕਿਤੇ ਵੀ ਜਾਂਦੇ ਆ ਤੇ ਉਹ ਪੁੱਛਦੇ ਆ ਕਿ ਕੀ ਲੈਣਾ ਪ੍ਰੈਫਰ ਕਰੋਗੇ, ਚਾਹ ਜਾਂ ਫਿਰ ਕੌਫੀ। ਸੋ ਮਤਲਬ ਕਿ ਪਸੰਦ ਕਰੋਗੇ, ਕਿਹੜੀ ਚੀਜ਼ ਨੂੰ ਤੁਸੀਂ ਪ੍ਰਾਇੋਰਟੀ ਦਿਓਗੇ, ਪ੍ਰੈਫਰ ਕਰੋਗੇ, ਚਾਹ ਜਾਂ ਫਿਰ ਕੌਫੀ। ਸੋ ਤੁਸੀਂ ਕੀ ਜਵਾਬ ਦਿੰਦੇ ਹੋ ਕਿ ਚਾਹ, ਮਤਲਬ ਕਿ ਤੁਹਾਨੂੰ ਚਾਹ ਪਸੰਦ ਹੈਗੀ, ਤੁਸੀਂ ਚਾਹ ਪੀਣੀ ਪਸੰਦ ਕਰੋਗੇ। ਸੋ ਉਹਦਾ ਜਿਹੜਾ ਆਪੋਜ਼ਿਟ ਕੀ ਹੋਊਗਾ, ਮਤਲਬ ਕਿ ਰਿਜੈਕਟ ਕਰਦੇ ਹੋ ਤੁਸੀਂ ਉੱਥੇ, ਬਿਲਕੁਲ ਨਹੀਂ। ਸੋ ਉੱਥੇ ਜਾਂ ਫਿਰ ਇਗਨਾਈਟਡ ਕਰਦੇ ਹੋ, ਇਗਨਾਈਟਡ ਹੁੰਦੀ ਆ ਅੱਗ ਲਗਾਉਣੀ, ਜਾਂ ਫਿਰ ਰਿਕੁਆਇਰਡ ਦਾ ਤੁਹਾਨੂੰ ਪਤਾ ਹੀ ਆ, ਮਤਲਬ ਕਿ ਕਿਸੇ ਚੀਜ਼ ਦੀ ਜ਼ਰੂਰਤ ਜਾਂ ਫਿਰ ਲੋੜ ਦੀ ਆਪਾਂ ਗੱਲ ਕਰ ਦਿੰਦੇ ਆ। ਅੱਗੇ ਇਹਦਾ ਸਹੀ ਜਵਾਬ ਹੋਊਗਾ ਜੀ ਡਿਸਲਾਈਕਡ। ਜੇਕਰ ਕਹਿ ਰਹੇ ਹੋ ਕਿ ਤੁਸੀਂ ਕਿਹੜੀ ਚੀਜ਼ ਨੂੰ ਪ੍ਰੈਫਰ ਕਰੋਗੇ, ਕਿਹੜੀ ਚੀਜ਼ ਨੂੰ, ਉਹਦਾ ਆਪੋਜ਼ਿਟ ਹੋਊਗਾ ਜੀ ਡਿਸਲਾਈਕ ਕਰਨਾ। ਠੀਕ ਹੈ ਜੀ, ਉਹਦਾ ਕੀ ਆਪੋਜ਼ਿਟ ਹੋਊਗਾ, ਡਿਸਲਾਈਕ ਕਰਨਾ। ਸੋ ਇੱਥੇ ਡਿਸਲਾਈਕ ਹੀ ਹੋ ਗਿਆ ਜੀ ਨਾ ਪਸੰਦ ਕਰਨਾ। ਠੀਕ ਹੈ ਜੀ, ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸਮਝਾਉਣ ਵਾਲੀ ਗੱਲ ਸੀਗੀ, ਬਟ ਫਿਰ ਵੀ ਇਹਦਾ ਸਹੀ ਜਵਾਬ ਹੋਊਗਾ ਜੀ ਆਪਸ਼ਨ ਨੰਬਰ ਏ। ਅੱਗੇ ਵੇਖੋ ਜੀ, ਵਿਚ ਪਾਰਟ ਆਫ ਸਪੀਚ ਇਜ਼ ਅੰਡਰਲਾਈਨਡ ਵਰਡ ਇਨ ਦਾ ਫੋਲੋਇੰਗ ਸੈਂਟੈਂਸ ਕਿ ਮੋਰ ਸਟੂਡੈਂਟਸ ਜੁਆਇਨ ਗਵਰਨਮੈਂਟ ਸਕੂਲ ਦੈਨ ਪਬਲਿਕ ਸਕੂਲਸ। ਸੋ ਇਹ ਜਿਹੜਾ ਵਰਡ ਦੈਨ ਅੰਡਰਲਾਈਨ ਕੀਤਾ ਗਿਆ, ਇਹ ਕੀ ਹੈ? ਕੀ ਇਹ ਕੰਜੰਕਸ਼ਨ ਹੈ, ਕੀ ਇਹ ਪ੍ਰੋਨਾਊਨ ਹੈ, ਐਡਜੈਕਟਿਵ ਹੈ ਜਾਂ ਫਿਰ ਇਹ ਐਡਵਰਬ ਹੈ? ਸੋ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕੀ ਹੈ? ਇਹਦਾ ਜਵਾਬ ਹੈਗਾ ਜੀ ਕੰਜੰਕਸ਼ਨ ਹੈ। ਇਹ ਕੰਜੰਕਸ਼ਨ ਕੀ ਹੁੰਦਾ ਵੈਸੇ? ਕੰਜੰਕਸ਼ਨ ਜਦੋਂ ਤੁਸੀਂ ਕਿਸੇ ਵੀ ਦੋ ਸੈਂਟੈਂਸਸ ਨੂੰ, ਕਿਸੇ ਵੀ ਫਰੇਜ਼ ਨੂੰ, ਕਿਸੇ ਵੀ ਵਰਡ ਨੂੰ ਕਿਸੇ ਸੈਂਟੈਂਸ ਨਾਲ ਜੋੜਦੇ ਹੋ। ਸੋ ਇੱਥੇ ਜਿਹੜਾ ਪਬਲਿਕ ਸਕੂਲ ਹੈਗਾ ਆ, ਜਿਹੜਾ ਪਬਲਿਕ ਸਕੂਲ ਹੈ, ਇਹਨੂੰ ਤੁਸੀਂ ਜੋੜ ਰਹੇ ਹੋ, ਕਿਹਦੇ ਨਾਲ ਜੋੜ ਰਹੇ ਹੋ? ਮੋਰ ਸਟੂਡੈਂਟ ਜੁਆਇਨ ਗਵਰਨਮੈਂਟ ਸਕੂਲ। ਜਦੋਂ ਤੁਸੀਂ ਇਹਨਾਂ ਦੋਨਾਂ ਹੀ ਚੀਜ਼ਾਂ ਨੂੰ ਜੋੜ ਰਹੇ ਹੋ, ਸੈਂਟੈਂਸ ਨੂੰ, ਫਰੇਜ਼ ਨੂੰ, ਵਰਡਸ ਨੂੰ, ਉਹਨੂੰ ਆਪਾਂ ਕਹਿੰਦੇ ਆ ਜੀ, ਜਿਹੜੇ ਵਰਡ ਨਾਲ ਜੋੜਿਆ ਜਾਂਦਾ ਹੈ ਉਹਨੂੰ ਆਪਾਂ ਕੰਜੰਕਸ਼ਨ ਦਾ ਨਾਮ ਦਿੰਨੇ ਆ। ਕੋਸ਼ਿਸ਼ ਮੇਰੇ ਵੱਲੋਂ ਇਹ ਵੀ ਕੀਤੀ ਜਾਊਗੀ ਕਿ ਗ੍ਰਾਮਰ ਦੇ ਛੋਟੇ-ਛੋਟੇ ਟੌਪਿਕ ਤੁਹਾਨੂੰ ਉਹਨਾਂ ਦੀਆਂ ਵੀਡੀਓਜ਼ ਵੀ ਪ੍ਰੋਵਾਈਡ ਕਰਵਾਈਆਂ ਜਾਣ, ਬਟ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਹੈਗਾ ਜੀ ਕੰਜੰਕਸ਼ਨ। ਕੰਜੰਕਸ਼ਨ ਇਹਦਾ ਸਹੀ ਜਵਾਬ ਹੈ। ਅੱਗੇ ਲਾਸਟ ਪ੍ਰਸ਼ਨ ਨੂੰ ਵੇਖ ਲਓ। ਲਾਸਟ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ, ਵਿਚ ਪਾਰਟ ਆਫ ਦਾ ਫੋਲੋਇੰਗ ਸੈਂਟੈਂਸ ਕੰਟੇਨ ਐਨ ਐਰਰ। ਕਿ ਇਹਨਾਂ ਸੈਂਟੈਂਸ ਨੂੰ ਪਹਿਲਾਂ ਪੜੋ। ਦ ਰੇਨ had a good effect on the farmer's field ਕਿ the rain had a good effect on the farmer's field। so the rain ਇੱਕ ਅਲੱਗ ਕਹਿ ਸਕਦੇ ਹਾਂ ਕਿ ਇਹਨਾਂ ਨੇ ਕੀਤਾ ਹੋਇਆ had good effect on the farmer's field ਕਿ ਜਿਹੜਾ ਰੇਨ ਦਾ ਜਿਹੜਾ ਪ੍ਰਭਾਵ ਹੈਗਾ ਆ ਉਹ ਫਾਰਮਰ ਦੇ ਕਹਿ ਸਕਦੇ ਹਾਂ ਖੇਤਾਂ ਤੇ ਵਧੀਆ ਸੀ। ਸੋ ਇੱਥੇ ਕਿੱਥੇ ਗਲਤੀ ਕੀਤੀ ਗਈ ਹੈ? ਮੈਂ ਤੁਹਾਨੂੰ ਇਹਦਾ ਸਿੱਧਾ ਜਵਾਬ ਹੀ ਦੱਸੂਗਾ। ਇੱਥੇ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਹੋਊਗਾ ਅਫੈਕਟ। ਇੱਥੇ ਅਫੈਕਟ ਨਹੀਂ ਆਊਗਾ, ਇੱਥੇ ਆਉਣਾ ਸੀਗਾ ਜੀ ਇਫੈਕਟ। ਇਹ ਤੋਂ ਸ਼ੁਰੂ ਹੋਊਗਾ, ਇਫੈਕਟ ਆਊਗਾ, ਕਿਉਂਕਿ ਜਿਹੜਾ ਇਫੈਕਟ ਜਿਹੜਾ ਵਰਡ ਹੈਗਾ ਆ ਇਹ ਨਾਊਨ ਹੈ ਤੇ ਜਿਹੜਾ ਇਹ ਤੋਂ ਸ਼ੁਰੂ ਹੋ ਰਿਹਾ ਇਹ ਕੀ ਹੈ ਜੀ? ਇਹ ਹੈਗਾ ਜੀ ਵਰਬ। ਆਪਾਂ ਇੱਥੇ ਨਾਊਨ ਦੀ ਵਰਤੋਂ ਕਰਨੀ ਹੈ, ਨਾ ਕਿ ਵਰਬ ਦੀ। ਸੋ ਜਿਹਦੇ ਕਰਕੇ ਇੱਥੇ ਆਪਸ਼ਨ ਨੰਬਰ ਜਿਹੜਾ ਬੀ ਬਣ ਰਿਹਾ, ਇੱਥੇ ਹੀ ਐਰਰ ਤੁਹਾਨੂੰ ਵੇਖਣ ਨੂੰ ਮਿਲੇਗੀ, ਕਿਉਂਕਿ ਚੌਥੀ ਆਪਸ਼ਨ ਨੂੰ ਵੇਖੋ, ਇੱਥੇ ਲਿਖਿਆ ਹੋਇਆ ਨਾ ਬੀ,
ਤੇ ਇਹ ਜਿਹੜੀ ਆਪਸ਼ਨ ਸੀਗੀ, ਕਿਉਂਕਿ ਆਹ ਵਾਲਾ ਜਿਹੜਾ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਇਹ ਤੁਹਾਨੂੰ B ਵਿੱਚ ਹੀ ਵੇਖਣ ਨੂੰ ਮਿਲ ਰਿਹਾ। ਸੋ ਇਹਦਾ ਜਿਹੜਾ ਜਵਾਬ ਹੋਊਗਾ ਜੀ ਆਪਸ਼ਨ ਨੰਬਰ B। ਘਬਰਾਉਣ ਦੀ ਕੋਈ ਲੋੜ ਨਹੀਂ, ਜੇਕਰ ਸਮਝ ਨਹੀਂ ਆਉਂਦੀ ਤਾਂ ਇਹਨੂੰ ਐਦਾਂ ਹੀ ਚੱਲਣ ਦਿਓ। ਆਪਾਂ ਹੌਲੀ ਹੌਲੀ ਹੋਰ ਕਲਾਸਿਸ ਦੇ ਵਿੱਚ ਆਪਣੀ ਜਿਹੜੀ ਕਲੈਰਿਟੀ ਹੈਗੀ ਹੈ ਜੀ ਉਹ ਇੰਪਰੂਵ ਹੋਊਗੀ, ਡਿਵੈਲਪ ਹੋਊਗੀ, ਅੰਡਰਸਟੈਂਡਿੰਗ ਵਧੂਗੀ ਅੰਗਰੇਜ਼ੀ ਨੂੰ ਲੈ ਕੇ। ਸੋ ਆਪਣਾ ਇੱਕ ਕੰਪਰੀਹੈਂਸ਼ਨ ਸੀਗਾ ਜੀ ਜਿਹਨੂੰ ਅੱਜ ਦੀ ਕਲਾਸ ਵਿੱਚ ਆਪਾਂ ਸੋਲਵ ਕਰ ਲਿਆ ਹੈ। ਜੇਕਰ ਤੁਹਾਡੇ ਵੱਲੋਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਤੁਹਾਨੂੰ ਇਹ ਕਲਾਸ ਪਸੰਦ ਆਈ ਹੈ, ਜੇਕਰ ਮੈਨੂੰ ਵੱਧ ਤੋਂ ਵੱਧ ਕਮੈਂਟ ਆਉਂਦੇ ਨੇ ਜੀ, ਮੈਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਇਹ ਕਲਾਸਿਸ ਪਸੰਦ ਆ ਰਹੀਆਂ ਨੇ, ਫਿਰ ਹੀ ਆਪਾਂ ਇਹਨਾਂ ਕਲਾਸਿਸ ਨੂੰ ਕੰਟੀਨਿਊ ਕਰਾਂਗੇ। ਕਿਉਂਕਿ ਫਾਇਦਾ ਉਹਦਾ ਵੀ ਕੋਈ ਨਹੀਂ ਕਿ ਮੈਂ ਇਕੱਲਾ ਹੀ ਮਿਹਨਤ ਕਰਾਂ, ਕਿਉਂਕਿ ਨੰਬਰ ਤਾਂ ਓਵਰਆਲ ਤੁਸੀਂ ਹੀ ਲੈਣੇ ਨੇ। PSTET ਦਾ ਪੇਪਰ ਹੋਵੇ ਭਾਵੇਂ ETT ਦਾ ਪੇਪਰ ਹੋਵੇ, ਜੇਕਰ ਮੈਨੂੰ ਪਤਾ ਹੀ ਨਹੀਂ ਲੱਗੂਗਾ ਕਿ ਤੁਹਾਨੂੰ ਇਹ ਵੀਡੀਓਜ਼ ਹੈਲਪਫੁਲ ਲੱਗ ਰਹੀਆਂ ਨੇ, ਤੁਹਾਨੂੰ ਕੋਈ ਬੈਨੀਫਿਟ ਹੋ ਵੀ ਰਿਹਾ ਇਹਨਾਂ ਵੀਡੀਓਜ਼ ਤੋਂ, ਫਿਰ ਹੀ ਆਪਾਂ ਇਹਨਾਂ ਵੀਡੀਓਜ਼ ਨੂੰ ਬਣਾਵਾਂਗੇ। ਠੀਕ ਹੈ ਜੀ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਜੇਕਰ ਵੀਡੀਓ ਪਸੰਦ ਆਈ ਹੋਵੇ। ਮੇਰੀ ਸ਼ੁਰੂਆਤ ਹੈਗੀ ਆ ਜੀ ਕਿ ਜਿਸ ਦੇ ਥਰੂ ਮੈਂ ਤੁਹਾਨੂੰ ਅੰਗਰੇਜ਼ੀ ਦਾ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਡਰ ਹੈਗਾ ਆ ਜਾਂ ਫਿਰ ਜਿਹੜਾ ਤੁਸੀਂ ਬਣਾਇਆ ਹੋਇਆ ਕਿ ਅੰਗਰੇਜ਼ੀ ਸਾਨੂੰ ਸਮਝ ਨਹੀਂ ਆਉਂਦੀ ਆ, ਕੋਸ਼ਿਸ਼ ਮੇਰੇ ਵੱਲੋਂ ਇਹੀ ਹੋਊਗੀ ਕਿ ਤੁਹਾਨੂੰ ਮੈਂ ਲਾਸਟ ਤੱਕ ਇੰਨੀਆਂ ਕੁ ਵੀਡੀਓਜ਼ ਪ੍ਰੋਵਾਈਡ ਕਰਾਵਾਂ, ਇੰਨਾ ਹੀ ਕੁ ਜ਼ਿਆਦਾ ਪ੍ਰੈਕਟਿਸ ਕਰਾਵਾਂ ਕਿ ਤੁਹਾਨੂੰ ਅੰਗਰੇਜ਼ੀ ਦਾ ਵਿਸ਼ਾ ਸੌਖਾ ਲੱਗਣ ਲੱਗ ਜਾਵੇ। ਫਿਰ ਵੀ ਚਲੋ ਇਸ ਵੀਡੀਓ ਨੂੰ ਕਰਦੇ ਹਾਂ ਖ਼ਤਮ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਆਪਦੇ ਦੋਸਤਾਂ ਤੋਂ ਵੀ ਸਬਸਕ੍ਰਾਈਬ ਕਰਾਇਓ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ, ਗॉड ਬlesਸ ਯੂ ਆਲ। ਐਂਡ ਇਸ ਸੈਸ਼ਨ ਦੀ ਕੋਸ਼ਿਸ਼ ਕਰੂੰਗਾ ਇਸ ਸੈਸ਼ਨ ਦੀ PDF ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰ ਦੇਵਾਂ। ਆਪਣੇ ਟੈਲੀਗ੍ਰਾਮ ਚੈਨਲ ਦਾ ਨਾਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ, गॉड ਬlesਸ ਯੂ ਆਲ।